ਜਿਹੜੀ ਇੱਕ ਵੈਲ ਉਹਦੀ ਕਾਸਟ 10 ਲੱਖ ਰੁਪਏ ਹੈ। ਇਹਦੇ ਨਾਲ ਗੱਲ ਇਹ ਕਿ ਤੁਹਾਡੇ ਬੱਚੇ ਨੂੰ ਨਾ ਟਿਊਮਰ ਆ। पिछले 3 साल तो मैं कोई जॉब नहीं कर रहा। अपने बच्चे के इलाज लिए ਅਸੀਂ ਜਗ੍ਹਾ ਜਗ੍ਹਾ ਜਾ ਰਹੇ ਹਾਂ ਜੀ। ਬਿਮਾਰੀ ਵੱਡੀ ਆ, ਅਸੀਂ ਵਾਪਸ ਤਾਂ ਕਰ ਨਹੀਂ ਸਕਦੇ ਵੀ ਚਲੋ ਜੇ ਇਹਨੇ ਆਰਟਰੀ ਨੂੰ ਪਕੜ ਲਿਆ ਤੇ ਇਹਦੀ ਜਾਨ ਉਸੇ ਵੇਲੇ ਚਲੇ ਜਾਏਗੀ। ਮਤਲਬ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਬੱਚੇ ਦੇ ਇਲਾਜ ਲਈ। ਇਹਨੂੰ ਪਤਾ ਮੈਨੂੰ ਨਿਊਰੋਬਲਾਸਟੋਮਾ ਔਰ ਕੈਂਸਰ ਆ। ਇੱਕ ਨਾ ਕਰੋੜਾਂ ਬੱਚਿਆਂ 'ਚ ਇੱਕ ਬੱਚੇ ਨੂੰ ਪ੍ਰੋਬਲਮ ਹੁੰਦੀ ਆ। ਹਾਂਜੀ, ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਅੱਜ ਟੀਮ ਪਹੁੰਚੀ ਹੈ ਹਾਂਜੀ ਪੰਜਾਬ ਚੈਨਲ ਦੀ ਉਸ ਕਹਾਣੀ ਦੇ ਕੋਲ ਜਿਹੜੀ ਆਪਣੇ ਆਪ ਦੇ ਵਿੱਚ ਅਲੌਕਿਕ ਹੈ, ਸਾਨੂੰ ਪ੍ਰੇਰਨਾ ਦਿੰਦੀ ਹੈ ਤੇ ਨਾਲ ਦੀ ਨਾਲ ਸਾਡੇ ਲਈ ਇੱਕ ਅਪੀਲ ਵੀ ਲੈ ਕੇ ਆਈ ਹੈ। ਗੱਲ ਕਰਨ ਲੱਗੇ ਹਾਂ 6 ਸਾਲ ਦੇ ਆਹਾਨ ਸਿੰਘ ਦੀ, ਜਿਹੜਾ ਕਿ ਪੇਟ ਦੇ ਕੈਂਸਰ ਦੇ ਨਾਲ ਜੂਝ ਰਿਹਾ ਇਸ ਕਰਕੇ ਕਹਿ ਰਹੇ ਕੋਸ਼ਿਸ਼ ਕਰ ਰਹੇ ਆਪਣੇ ਪੱਧਰ ਤੇ ਉਹਦੇ ਨਾਲ ਨਜਿੱਠਣ ਦੀ, ਸੰਭਲਣ ਦੀ, ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ, ਪਰ ਨਾਲ ਦੀ ਨਾਲ ਕੋਈ ਸੁਸਾਇਟੀ ਦੇ ਫਰਜ਼ ਵੀ ਦੇ ਪ੍ਰਤੀ ਬਣਦੇ ਨੇ ਕਿਉਂਕਿ ਬੱਚਾ ਸਮਾਜ ਦਾ ਹਿੱਸਾ ਸੀ, ਸਾਰੇ ਸਮਾਜ ਦੇ ਹਿੱਸੇ ਆ ਤੇ ਸਾਡੇ ਸਮਝਦਾਰੀ, ਸਾਡੀ ਜ਼ਿੰਮੇਵਾਰੀ ਆਹਾਨ ਦੇ ਪ੍ਰਤੀ ਕੀ ਕਹਿੰਦੀ ਹੈ, ਇਹਦੇ ਬਾਰੇ ਅੱਜ ਅਸੀਂ ਇਸ ਮੰਚ ਤੋਂ ਗੱਲ ਕਰਾਂਗੇ। ਆਹਾਨ ਦੀ ਜਦੋਂ ਗੱਲ ਕਰਦੇ ਹਾਂ ਉਹਦੇ ਮਾਤਾ ਪਿਤਾ ਦੀ ਦਾਦ ਦੇਣੀ ਬਣਦੀ ਹੈ, ਉਹਨਾਂ ਲੋਕਾਂ ਦੀ ਦਾਦ ਦੇਣੀ ਬਣਦੀ ਹੈ। ਹੌਕ ਰਾਈਡਰਸ ਗਰੁੱਪ ਨੇ ਜਿਹੜਾ ਸਾਈਕਲ ਦਾ ਗਰੁੱਪ ਹੈ ਉਹਨਾਂ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਨੇ ਪਹੁੰਚ ਕੀਤੀ ਹਾਂਜੀ ਪੰਜਾਬ ਚੈਨਲ ਦੇ ਕੋਲ ਤੇ ਨਾਲ ਦੀ ਨਾਲ ਇਹ ਗੱਲ ਸਾਂਝੀ ਕਰਨ ਲਈ ਕਿਹਾ ਕਿ ਲੋਕਾਂ ਤੱਕ ਇਹ ਆਵਾਜ਼ ਇੱਥੋਂ ਮਿਲ ਕੇ ਪਹੁੰਚਾਈ ਜਾਵੇ ਕਿ ਆਹਾਨ ਨੂੰ ਕਿਸ ਤਰ੍ਹਾਂ ਦੀ, ਕਿਸ ਤਰੀਕੇ ਦੀ ਸਾਡੇ ਤੋਂ ਮਦਦ ਦੀ ਲੋੜ ਹੈ, ਕਿਵੇਂ ਅਸੀਂ ਇਸ ਬੱਚੇ ਨੂੰ ਮਦਦ ਕਰ ਸਕਦੇ ਹਾਂ। ਗੱਲ ਕਰਾਂਗੇ ਅੱਜ ਉਹਨਾਂ ਦੇ ਮੰਮੀ ਪਾਪਾ ਦੇ ਨਾਲ, ਆਹਾਨ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਨੇ ਇਸ ਘਰ ਦੇ ਵਿੱਚ। ਤੇ ਆਓ ਆਹਾਨ ਨਾਲ ਗੱਲਬਾਤ ਕਰਦੇ ਹਾਂ, ਉਹਦੇ ਫਾਦਰ ਤੇ ਉਹਦੇ ਮਦਰ ਦੇ ਨਾਲ ਗੱਲਬਾਤ ਕਰਦੇ ਹਾਂ। ਮੋਨਿਕਾ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਾਰੀ ਗੱਲਬਾਤ ਸੁਣੀ ਤੁਹਾਡੀ, ਸਮਝ ਦੇ ਵਿੱਚ ਆਈ ਚੀਜ਼ ਸਾਰੀ ਕਿ ਕਿਸ ਤਰੀਕੇ ਦੇ ਨਾਲ ਆਹਾਨ ਨੂੰ ਜਿਹੜੀ ਇੱਕ ਦਿੱਕਤ ਹੈ, ਜਿਹਨੂੰ ਪੇਟ ਦੀ, ਕਈ ਕੈਂਸਰ ਕਹਿ ਦਿੰਦੇ ਆ, ਕਈ ਕਿਡਨੀ ਕੈਂਸਰ ਕਹਿ ਦਿੰਦੇ ਆ, ਅਲੱਗ-ਅਲੱਗ ਉਸ ਬਿਮਾਰੀ ਦੇ ਨਾਮ ਨੇ। ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਖਾਸ ਤੌਰ ਤੇ ਜਿਹੜੀ ਇਸ ਕੈਂਸਰ ਦੀ ਗੱਲ ਕੀਤੀ ਗਈ ਹੈ, ਜਿਸ ਤਰ੍ਹਾਂ ਕਿ ਮੋਨਿਕਾ ਜੀ ਨੇ ਦੱਸਿਆ ਕਿ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ। ਇੱਕ ਵਿੱਚ ਗੱਲ ਚੱਲੀ 10 ਲੱਖ ਰੁਪਏ ਦੀ ਕਿ 10 ਲੱਖ ਰੁਪਏ ਦਾ ਜਿਹੜਾ ਟ੍ਰੀਟਮੈਂਟ ਹੈ ਇੱਕ ਸਿਟਿੰਗ ਦੇ ਵਿੱਚ ਜਾਂ ਇੱਕ ਵਾਰੀ ਦੇ ਵਿੱਚ ਤੁਹਾਨੂੰ ਕਰਨਾ ਪੈ ਰਿਹਾ। ਕੀ ਹੈ ਇਹੋ ਜਿਹਾ ਇਸ ਮੈਡੀਸਨ ਦੇ ਵਿੱਚ ਕਿ ਜਿਹੜਾ ਖਰਚਾ ਹੈ ਉਹਦਾ ਉਹ 10 ਲੱਖ ਰੁਪਏ ਹੈ? ਮੈਮ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੈਡੀਸਿਨ ਆ ਉਹ ਇੰਡੀਆ 'ਚ ਬਣਦੀ ਨਹੀਂ ਆ। ਇਹ ਜਿਹੜਾ ਟ੍ਰੀਟਮੈਂਟ ਉਹ ਬਾਹਰ ਦਾ ਹੈ, ਠੀਕ ਹੈ। ਤੇ ਇਸ ਕਰਕੇ ਮਤਲਬ ਬੈਂਗਲੌਰ ਦੇ ਹਸਪੀਟਲ ਡਾਕਟਰ ਸੁਨੀਲ ਭੱਟ ਨੇ ਰਿਕਮੈਂਡ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਵੀ ਬਾਹਰੋਂ ਇੰਪੋਰਟ ਕਰਵਾਉਣੀ ਪਏਗੀ। ਤਾਂ ਇਹਨੂੰ ਟੋਟਲ 18 ਵੈਲ ਲੱਗਦੀਆਂ ਨੇ ਤੇ ਜਿਹੜੀ ਇੱਕ ਵੈਲ ਉਹਦੀ ਕਾਸਟ 10 ਲੱਖ ਰੁਪਏ ਹੈ, ਠੀਕ ਹੈ। ਤੇ ਇਸ ਕਰਕੇ ਟੋਟਲ ਮਤਲਬ 1 ਕਰੋੜ ਤੇ 80 ਲੱਖ ਬਣ ਜਾਂਦਾ ਹੈ। ਇਹ ਮੇਰਾ ਬੇਟਾ ਹੈ 6 ਸਾਲ ਦਾ, ਇਸਦਾ ਨਾਮ ਆਹਾਨ ਸਿੰਘ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਹੈ ਤੇ ਅਸੀਂ ਜਲੰਧਰ ਤੋਂ ਰਹਿਣ ਵਾਲੇ ਹਾਂ ਜੀ। ਬਾਈ ਪ੍ਰੋਫੈਸ਼ਨ ਮੈਂ ਵੈਬਸਾਈਟ ਡਿਵੈਲਪਰ ਸੀਗਾ ਪਹਿਲੇ ਹੀ, ਬਟ ਪਿਛਲੇ 3 ਸਾਲ ਤੋਂ ਮੈਂ ਕੋਈ ਜੌਬ ਨਹੀਂ ਕਰ ਰਿਹਾ। ਆਪਣੇ ਬੱਚੇ ਦੇ ਇਲਾਜ ਲਈ ਅਸੀਂ ਜਗ੍ਹਾ ਜਗ੍ਹਾ ਜਾ ਰਹੇ ਹਾਂ ਜੀ, ਇਸ ਕਰਕੇ ਸਾਡਾ ਕੋਈ ਸੋਰਸ ਆਫ ਇਨਕਮ ਵੀ ਨਹੀਂ ਹੈਗਾ ਜੀ। ਪ੍ਰੈਜ਼ੈਂਟਲੀ ਤਾਂ ਮੈਂ ਮੈਮ ਵਿਦਆਊਟ ਪੇ 'ਤੇ ਹਾਂ, ਵੈਸੇ ਮੈਂ ਕੰਟਰੈਕਟ ਬੇਸਿਸ 'ਤੇ ਕੰਪਿਊਟਰ ਫੈਕਲਟੀ ਹਾਂ। ਅਤੇ ਮੇਰਾ ਬੇਟਾ ਜਦੋਂ 6 ਮਹੀਨੇ ਦਾ ਸੀ, ਉਹਨੂੰ ਸਭ ਤੋਂ ਪਹਿਲੇ ਤਾਂ ਲੈਕਟੋਸ ਇੰਟੋਲਰੈਂਸ ਦੀ ਪ੍ਰੋਬਲਮ ਸੀਗੀ। ਉਹ ਡਾਕਟਰਸ ਨੇ ਕਿਹਾ ਕਿ ਚਲੋ ਨੋਰਮਲ ਆ, ਸਮ ਬੱਚਿਆਂ ਨੂੰ ਹੋ ਜਾਂਦੀ ਪ੍ਰੋਬਲਮ। ਅਤੇ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਮਿਲਕ ਪ੍ਰੋਡਕਟ ਤੁਸੀਂ ਅਵੋਇਡ ਕਰਨੇ ਆ। ਬਟ ਜਦੋਂ ਇਹ ਆਲਮੋਸਟ 3.5 ਸਾਲ ਦਾ ਸੀ, ਇਹਨੂੰ ਥੋੜ੍ਹੀ ਦਿੱਕਤ ਆਉਣੀਆਂ ਸ਼ੁਰੂ ਹੋਈਆਂ, ਜਿੱਦਾਂ ਕਿ ਅਨਵਾਂਟਡ ਥੋੜ੍ਹਾ ਫੀਵਰ ਆ ਜਾਂਦਾ ਸੀਗਾ। ਅਤੇ ਅਸੀਂ ਸਾਰੇ ਟੈਸਟ ਕਰਵਾਈਦੇ ਸੀਗੇ, ਸਾਰੇ CBC ਵਗੈਰਾ, ਆਲ ਬਲੱਡ ਟੈਸਟ ਵਗੈਰਾ ਸਾਰੇ ਟੈਸਟ ਕਰਵਾਈਦੇ ਸੀਗੇ ਅਤੇ ਆਲ ਟੈਸਟ ਆਰ ਕਲੀਅਰਡ, ਕੁਛ ਵੀ ਪ੍ਰੋਬਲਮ ਨਹੀਂ ਹੁੰਦੀ ਸੀ, ਸਭ ਕਾਊਂਟਸ ਵਗੈਰਾ ਠੀਕ ਹੁੰਦੇ ਸੀਗੇ। ਅਤੇ ਡਾਕਟਰ ਗੁਰਦੇਵ ਨੂੰ ਅੰਕਲ ਹਸਪੀਟਲ ਹੀ ਅਸੀਂ ਸ਼ੁਰੂ ਤੋਂ ਦਿਖਾ ਰਹੇ ਅਤੇ ਉਹਨਾਂ ਨੇ ਕਹਿਣਾ ਕਿ ਕੋਈ ਗੱਲ ਨਹੀਂ, ਮਤਲਬ ਸੀਜ਼ਨਲ ਆ ਜਾਂ ਬੱਚੇ ਆ, ਸਮ ਟਾਈਮ ਇਨਫੈਕਸ਼ਨ ਹੋ ਜਾਂਦੀ ਆ, ਇਟਸ ਓਕੇ। ਅਤੇ ਅਸੀਂ ਵੀ ਲਾਈਟਲੀ ਲੈ ਲੈਣਾ ਕਿਉਂਕਿ ਡਾਕਟਰ ਤੋਂ ਉੱਪਰ ਤਾਂ ਕੁਛ ਵੀ ਨਹੀਂ ਹੁੰਦਾ। ਫਿਰ ਮਤਲਬ ਜਦੋਂ ਇਹ ਆਲਮੋਸਟ 3 ਇਅਰਸ ਅਤੇ 8-9 ਮਹੀਨੇ ਦਾ ਸੀ, ਇਹਨੂੰ ਨਾ ਮਤਲਬ ਲੈਗਸ ਪੇਨ ਦੀ ਨੇ ਕੰਪਲੇਂਟ ਕੀਤੀ ਕਿ ਮੰਮਾ ਮੇਰੇ ਨੀਜ਼ ਤੋਂ ਲੈ ਕੇ ਅਤੇ ਮੇਰੇ ਐਂਕਲ ਤੱਕ ਲੈਗਸ ਨਾ ਬਹੁਤ ਪੇਨ ਕਰਦੇ ਆ। ਅਤੇ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਫੈਮਿਲੀ ਵਿੱਚ ਦਾਦੀ ਕੋਲ ਰਹਿਣਾ ਅਤੇ ਜਦੋਂ ਮੈਂ ਵਾਪਸ ਇਹਨੂੰ ਸ਼ਾਮ ਨੂੰ ਪੜ੍ਹਾਉਣਾ, ਇਹਨੇ ਰੋਜ਼ ਇੱਕੋ ਗੱਲ ਕਰਨੀ। ਆਲਮੋਸਟ ਮਹੀਨਾ ਹੀ ਹੋ ਚੱਲਾ ਸੀ, ਮੰਮਾ ਮੇਰੀ ਲੈਗਸ ਪੇਨ ਕਰਤੀ ਹੈ। ਫਿਰ ਅਸੀਂ ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਗੁਰਦੇਵ ਨੇ ਕਿਹਾ ਕਿ ਵੀ ਮਿਲਕ ਇਨਟੇਕ ਨਹੀਂ ਕਰ ਰਿਹਾ ਬੱਚਾ, ਅਤੇ ਬੱਚੇ ਅੱਜ ਕੱਲ੍ਹ ਗਰਮੀਆਂ 'ਚ ਬਾਹਰ ਵੀ ਧੁੱਪ ਵੀ ਨਹੀਂ ਲੈਂਦੇ ਅਤੇ ਵਿਟਾਮਿਨ ਡੀ ਘੱਟ ਜਾਂਦਾ ਬੱਚਿਆਂ ਦਾ, ਅਤੇ ਉਹ ਰੀਜ਼ਨ ਆ, ਹੋਰ ਕੋਈ ਇਸ਼ੂ ਨਹੀਂ ਆ। ਤੁਸੀਂ ਇਹਨੂੰ ਵਿਟਾਮਿਨ ਡੀ ਸਪਲੀਮੈਂਟ ਦਿਓ। ਹਾਰਡਲੀ ਮੈਂ 10 ਕੁ ਦਿਨ ਇਹਨੂੰ ਵਿਟਾਮਿਨ ਡੀ ਸਪਲੀਮੈਂਟ ਦਿੱਤਾ ਨਾ ਤਾਂ ਇਹਨੂੰ ਸਟਮਕ ਏਕ ਦਾ ਇਸ਼ੂ ਆ ਗਿਆ। ਮਤਲਬ ਰਾਤ ਨੂੰ ਇਹਨੇ 9:30 ਵਜੇ ਆਪਣਾ ਖਾਣਾ ਖੁਣਾ ਖਾ ਕੇ ਬਸ ਇਹਨੇ ਥੋੜ੍ਹੀ 2 ਬਾਈਟ ਗਜਰੇਲੇ ਦੀਆਂ ਖਾਧੀਆਂ ਕਿਉਂਕਿ ਥੋੜ੍ਹਾ ਹੋਇਆ ਸੀ। ਅਸੀਂ ਸੋਚਿਆ ਕਿ ਸ਼ਾਇਦ ਉਹਦੇ ਨਾਲ ਇਹਨੂੰ ਲੈਕਟੋਸ ਦੀ ਦਿੱਕਤ ਆ ਗਈ ਆ। ਅਸੀਂ ਮਤਲਬ 12 ਕੁ ਵਜੇ ਇਹ ਕਹਿਣ ਲੱਗ ਗਿਆ ਕਿ ਮੰਮਾ ਮੈਨੂੰ, ਪੂਰੀ ਵਿੰਟਰ ਸੀ ਅਤੇ ਪੂਰੀ ਫੀਲਡ 'ਚੋਂ ਬਾਹਰ ਆ ਰਿਹਾ ਸੀ ਕਿ ਮੰਮਾ ਮੇਰੇ ਪੇਟ 'ਚ ਬਹੁਤ ਦਰਦ ਹੋ ਰਹੀ ਆ। ਸਭ ਤੋਂ ਪਹਿਲੇ ਤਾਂ ਚਲੋ ਹੁੰਦਾ ਕਿ ਸਭ ਫੈਮਲੀਜ਼ ਨੂੰ ਕਿ ਘਰ ਹੀ ਅਜਵਾਇਣ ਵਗੈਰਾ ਦੇ ਲਈਏ, ਹਿੰਗ ਵਗੈਰਾ ਦੇ ਲਈਏ। 1-2 ਘੰਟੇ ਅਸੀਂ ਇੱਦਾਂ ਹੀ ਮਤਲਬ ਥੋੜ੍ਹੀ ਆਇਲਿੰਗ ਵਗੈਰਾ ਕੀਤੀ ਇਹਦੇ ਪੇਟ ਦੀ। 1-2 ਘੰਟੇ ਅਸੀਂ ਇਹਨੂੰ ਇੱਦਾਂ ਹੀ ਦੇਖਿਆ, ਫਿਰ ਨਹੀਂ ਟਿਕ ਰਿਹਾ ਸੀ, ਬਸ ਮੇਰੀ ਲੈਬ 'ਚ ਹੀ ਸੋ ਰਿਹਾ ਸੀ, ਮੇਰੀ ਗੋਦੀ 'ਚ ਹੀ। ਅਤੇ ਫਿਰ ਅਸੀਂ ਡਾਕਟਰ ਨੂੰ ਕੰਸਰਨ ਕੀਤਾ ਕਿ ਮਤਲਬ ਕੀ ਇਸ਼ੂ ਹੈਗਾ। ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਸਾਈਕਲੋਪਾਮ ਦੇ ਦਿਓ ਇਹਨੂੰ।
ਅਸੀਂ ਉਹ ਵੀ ਦਿੱਤੀ, ਫਿਰ ਵੀ ਇਹਨੂੰ ਕੰਟਰੋਲ ਨਹੀਂ ਹੋਇਆ। ਫਿਰ 1-2 ਘੰਟੇ ਬਾਅਦ ਅਸੀਂ ਉਹਨਾਂ ਨੂੰ ਫਿਰ ਕਾਲ ਕੀਤਾ ਕਿ ਸਰ ਹੁਣ ਕੀ ਕਰੀਏ ਕਿ ਬੱਚੇ ਨੂੰ ਤਾਂ ਪੇਨ ਜਿਹੜੀ ਹੈ ਨਾ ਉਹ ਮਤਲਬ ਠੀਕ ਨਹੀਂ ਹੋ ਰਹੀ ਵਿੱਚੋਂ। ਫਿਰ ਉਹ ਬਾਰ-ਬਾਰ ਕਹਿ ਰਿਹਾ ਪੇਨ ਵਾਸਤੇ, ਤੇ ਕਹਿੰਦੇ ਕਿ ਮਾਰਨਿੰਗ ਤੁਸੀਂ ਤਾਂ ਅਗਰ 10 ਵਜੇ ਆ ਜਾਓ, ਡਾਕਟਰ ਗੁਰਦੇਵ ਆਉਂਦੇ ਸੀ। ਕਹਿੰਦੇ ਚਲੋ ਉਹ ਤਾਂ ਆ ਜਾਵਾਂਗੇ, 5:30 ਆਲਮੋਸਟ ਹੋ ਗਏ ਆ ਸਵੇਰ ਦੇ, ਤਾਂ ਹੁਣ ਕੀ ਕਰੀਏ। ਕਹਿੰਦੇ ਇੱਦਾਂ ਕਰੋ ਕਿ ਥੋੜ੍ਹੀ ਦੇਰ ਦੇਖ ਲਓ ਤੇ ਨਹੀਂ ਤਾਂ ਮੈਫਟਲ ਦੇ ਦਿਓ। ਫਿਰ ਅਸੀਂ ਇਹਨੂੰ ਮਤਲਬ ਆਲਮੋਸਟ 8 ਕੁ ਵਜੇ ਮੈਫਟਲ ਦਿੱਤੀ, ਹਾਫ ਐਨ ਆਵਰ ਲਈ ਸੁੱਤਾ। ਤੇ ਉਸ ਤੋਂ ਬਾਅਦ ਜਦੋਂ ਸੋ ਕੇ ਉੱਠਿਆ ਇਹ ਨਾਰਮਲ ਸੀਗਾ। ਤੇ ਵਿੰਟਰ ਦੇ ਦਿਨ ਸੀ, ਆਰਾਮ ਨਾਲ ਧੁੱਪੇ ਅਸੀਂ ਇਹਨੂੰ ਲੈ ਗਏ, ਇਹਨੇ ਸਾਈਕਲਿੰਗ ਵਗੈਰਾ ਕੀਤੀ ਉੱਪਰ, ਆਰਾਮ ਨਾਲ ਸਾਰਾ ਦਿਨ ਖੇਲਦਾ ਰਿਹਾ। ਉਹੀ ਖਿਚੜੀ ਦਲੀਆ, ਨਾਰੀਅਲ ਪਾਣੀ, ਬਨਾਨਾ ਵਗੈਰਾ ਲਿਆ। ਰਾਤ ਨੂੰ ਵੀ ਮਤਲਬ ਖਿਚੜੀ ਤੇ ਦਹੀਂ ਖਾ ਕੇ ਸੁੱਤਾ। ਫਿਰ 12:30 ਵਜੇ ਕਹਿਣ ਲੱਗ ਪਿਆ ਕਿ ਮੇਰੇ ਪੇਨ ਹੁੰਦੀ ਆ। ਫਿਰ ਇਹਦੇ ਪਾਪਾ ਕਹਿੰਦੇ ਕਿ ਅੱਜ ਨਹੀਂ ਆਪਾਂ ਮਤਲਬ ਵੇਟ ਕਰਨੀ, ਚਲੋ ਅੱਜ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ। ਫਿਰ ਅਸੀਂ ਇਹਨੂੰ 1-1:30 ਵਜੇ ਐਮਰਜੈਂਸੀ ਅੰਕੁਰ ਹਸਪੀਟਲ ਲੈ ਗਏ। ਜਿੱਦਾਂ ਕਿ ਅਸੀਂ ਪਹਿਲੇ ਸ਼ੁਰੂ ਤੋਂ ਦਿਖਾ ਰਹੇ ਤੇ ਉਹਨਾਂ ਨੂੰ ਪਤਾ ਸੀ ਕਿ ਇਹਨੂੰ ਇਹ ਦਿੱਕਤ ਆ। ਮੈਂ ਇਹਨਾਂ ਨੂੰ ਸਰ ਨੂੰ ਦੱਸਿਆ ਕਿ ਇਹਨੇ ਨਾ ਮਤਲਬ ਕਿ ਥੋੜ੍ਹਾ ਗਾਜਰ ਦਾ ਹਲਵਾ ਖਾਧਾ ਖੋਏ ਵਾਲਾ, ਸ਼ਾਇਦ ਮਤਲਬ ਮੈਨੂੰ ਲੈਕਟੋਸ ਦੀ ਦਿੱਕਤ ਤਾਂ ਆਏ। ਬਟ ਉਹ ਕਹਿੰਦੇ ਨਾ ਉਹਨਾਂ ਨੇ ਸਟਮਕ ਵਗੈਰਾ ਚੈੱਕ ਕੀਤਾ ਤੇ ਮੈਨੂੰ ਕਹਿੰਦੇ ਮੈਮ ਮੈਨੂੰ ਨਾ ਲੈਕਟੋਸ ਵਾਲੀ ਦਿੱਕਤ ਨਹੀਂ ਲੱਗ ਰਹੀ। ਡਾਕਟਰ ਕੁੰਵਰ ਵਿਜੇ ਪ੍ਰਤਾਪ ਸੀਗੇ ਉੱਥੇ ਜੂਨੀਅਰ, ਤਾਂ ਕਹਿੰਦੇ ਮੈਮ ਇੱਦਾਂ ਕਿ ਮੈਂ ਹੁਣ ਮੈਡੀਸਿਨ ਦੇ ਦੂੰਗਾ ਡਰੋਟਨ ਤੇ ਜੂਨੀਅਰ ਲਿੰਜ਼ੋਲ, ਗੈਸਟ੍ਰਿਕ ਥੋੜ੍ਹਾ ਵੀ ਲੱਗ ਰਿਹਾ, ਬੱਚਾ ਮੈਡੀਸਿਨ ਲਏਗਾ ਆਰਾਮ ਨਾਲ ਸੋ ਜਾਏਗਾ। ਤੇ ਤੁਸੀਂ ਇੰਝ ਕਰਿਓ ਕਿ ਮਾਰਨਿੰਗ ਵਿੱਚ ਨਾ ਡਾਕਟਰ ਗੁਰਦੇਵ ਨੂੰ ਦਿਖਾ ਲਓ, ਬਟ ਮੈਂ ਇੱਕ ਰਿਕਮੈਂਡ ਕਰਦਾ ਤੁਸੀਂ ਨਾ ਟੈਸਟ ਦੇ ਨਾਲ ਸਕੈਨ ਜ਼ਰੂਰ ਕਰਵਾਇਓ। ਤੇ ਅਸੀਂ ਕਿਹਾ ਕੋਈ ਗੱਲ ਨਹੀਂ ਸਰ ਕਰਵਾਵਾਂਗੇ। ਮਾਰਨਿੰਗ ਇਹਦੇ ਫਾਦਰ ਇਹਨੂੰ ਲੈ ਕੇ ਗਏ ਤੇ ਡਾਕਟਰ ਗੁਰਦੇਵ ਦੇ ਨਾਲ ਮੀਟ ਹੋਏ 10 ਕੁ ਵਜੇ। ਉਹਨਾਂ ਨੇ ਕਿਹਾ ਕਿ ਨਹੀਂ ਗੈਸਟ੍ਰਿਕ ਸੀਗਾ, ਜ਼ਰੂਰਤ ਨਹੀਂ ਆਏ। ਕਹਿੰਦੇ ਚਲੋ ਸਰ ਮਤਲਬ ਸਮ ਟਾਈਮ ਇਨਫੈਕਸ਼ਨ ਹੁੰਦੀ ਪੇਟ ਵਿੱਚ, ਤੁਸੀਂ ਇੱਦਾਂ ਕਰੋ ਵੀ ਚੈੱਕ ਕਰ ਲਓ, ਸਕੈਨ ਕਰਵਾ ਹੀ ਲਓ। ਸਕੈਨ ਕਰਵਾਈ ਡਾਕਟਰ ਵੀਨਸ ਸਕੈਨਿੰਗ ਸੈਂਟਰ ਤੋਂ, ਤਾਂ ਸਕੈਨ ਵਿੱਚ ਉਹਨਾਂ ਨੇ ਛੋਟੇ ਜਿਹੇ ਸਿਸਟ ਟਾਈਪ ਦੱਸਿਆ ਤੇ ਡਾਕਟਰ ਗੁਰਦੇਵ ਨੂੰ ਦਿਖਾਇਆ ਗਿਆ। ਡਾਕਟਰ ਗੁਰਦੇਵ ਕਹਿੰਦੇ ਕਿ ਨਾ ਕੋਈ ਗੱਲ ਨਹੀਂ, ਸਿਸਟਾ ਟੈਬਲੇਟ ਮਤਲਬ ਮੈਡੀਸਿਨ ਨਾਲ ਨਾ ਇਹ ਘੁਲ ਜਾਣਾ, ਬੜੀ ਵਾਲੀ ਗੱਲ ਨਹੀਂ ਆ। ਪਰ ਮੇਰੇ ਹਸਬੈਂਡ ਕਹਿੰਦੇ ਕਿ ਵੀ ਇਹ ਸਾਈਜ਼ ਆ ਨਾ ਜਿਹੜਾ ਐਕਚੁਅਲੀ ਟੈਕਨੀਸ਼ੀਅਨ ਵਿੱਚ ਕ੍ਰੋਸ ਪਾਉਣਾ ਭੁੱਲ ਗਿਆ, ਕੋਈ 8-9 ਡਿਜਿਟ ਦਾ ਕਾਫੀ ਵੱਡਾ ਸਾਈਜ਼ ਆ ਗਿਆ। ਤੇ ਮੇਰੇ ਹਸਬੈਂਡ ਕਹਿੰਦੇ ਸਰ ਚਲੋ ਤੁਸੀਂ ਕਹਿੰਦੇ ਕਿ ਵੀ ਖਾ ਕੇ ਮੈਡੀਸਿਨ ਘੁਲ ਜੂਗਾ, ਬਟ ਇਹ ਸਾਈਜ਼ ਕੀ ਚੀਜ਼ ਆ। ਉਸ ਤੋਂ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ 2-2:30 ਵਜੇ ਨਾ ਡਾਕਟਰ ਦਪਿੰਦਰ ਪਨਵਰ ਆਉਂਦੇ, ਪੀਡੀਆਟ੍ਰਿਕ ਸਰਜਨ ਆ ਜਲੰਧਰ ਦੇ, ਤੇ ਇੱਥੇ ਅੰਕੁਰ ਹਸਪੀਟਲ ਆਉਣਗੇ, ਤੁਸੀਂ ਉਹਨਾਂ ਨੂੰ ਦਿਖਾਇਓ। ਤੇ ਅਸੀਂ ਕਿਹਾ ਚਲੋ ਠੀਕ ਆ ਕਿ ਤੁਸੀਂ ਉਹਨਾਂ ਨੂੰ ਦਿਖਾਉਂਦੇ। ਉਹਨਾਂ ਨੇ ਜਦੋਂ ਦਿਖਾਇਆ ਤੇ ਉਹਨਾਂ ਨੇ ਕਿਹਾ ਕਿ ਵੀ ਇੱਦਾਂ ਕਰੋ ਕਿ ਬੱਚੇ ਦੀ ਇੱਕ ਸੀਟੀ ਕਰਵਾ ਲੈਂਦੇ ਆ। ਤੇ ਵਿਨੇ ਸਕੈਨਿੰਗ ਸੈਂਟਰ ਤੋਂ ਇਹਦੀ ਉਸੇ ਦਿਨ ਸੇਮ ਡੇ ਸੀਟੀ ਹੋਈ। 1 ਆਵਰ ਬਾਅਦ ਅਸੀਂ ਸਾਨੂੰ ਵੇਟ ਕਰਨ ਲਈ ਕਿਹਾ ਰਿਜ਼ਲਟ ਦੀ। ਤੇ ਮੈਂ ਉਹਨਾਂ ਨੂੰ ਪੁੱਛਿਆ ਸਰ ਵੀ ਰਿਜ਼ਲਟ ਆਇਆ ਹੈ ਕਿ ਨਹੀਂ। ਕਹਿੰਦੇ ਨਹੀਂ ਮੈਂ ਨਾ ਥੋੜਾ ਰਿਜ਼ਲਟ ਨਾ ਤੁਹਾਡਾ ਨਾ ਠੀਕ ਨਹੀਂ ਆ। ਮੈਂ ਕਿਹਾ ਮਤਲਬ ਤੁਸੀਂ ਖੁੱਲ੍ਹ ਕੇ ਦੱਸੋ ਪ੍ਰੋਬਲਮ ਕੀ ਆ। ਕਹਿੰਦੇ ਨਾ ਗੱਲ ਇਹ ਕਿ ਤੁਹਾਡੇ ਬੱਚੇ ਨੂੰ ਨਾ ਟਿਊਮਰ ਆ। ਮੈਂ ਕਿਹਾ ਮਤਲਬ ਮੈਂ ਆਈ ਵਾਸ ਸ਼ੌਕ ਟੋਟਲੀ ਕਿ ਟਿਊਮਰ ਕਦੀ ਸੁਣਿਆ ਵੀ ਨਹੀਂ ਸੀ ਆਪਾਂ ਆਪਣੀ ਫੈਮਿਲੀ ਵਿੱਚ ਟਿਊਮਰ। ਤੇ ਕਹਿੰਦੇ ਕਿ ਮੈਂ ਕਿਹਾ ਤੁਹਾਨੂੰ ਤੁਸੀਂ ਮਤਲਬ ਕਿਉਂਕਿ ਅਸੀਂ ਮਦਰ ਇਨ ਲਾ ਦਾ ਵੀ 1-2 ਵਾਰ ਟੈਸਟ ਕਰਵਾਏ, ਤੇ ਮੈਂ ਕਿਹਾ ਤੁਸੀਂ ਮਤਲਬ ਧਿਆਨ ਨਾਲ ਦੇਖਿਆ ਕਿ ਛੋਟੇ ਜਿਹੇ ਬੱਚੇ ਨੂੰ ਟਿਊਮਰ ਕਿੱਦਾਂ। ਕਿੰਨੇ ਦੀ ਟਿਊਮਰ ਆ ਤੇ ਨਾ ਟਿਊਮਰ ਬੜਾ ਰੇਅਰ ਹੋਇਆ, ਮਤਲਬ ਬਿਮਾਰੀ ਹੈਗਾ ਕੈਂਸੇਰੀਅਸ ਆ, ਤੇ ਇੱਕ ਨਾ ਕਰੋੜਾਂ ਬੱਚਿਆਂ 'ਚ ਇੱਕ ਬੱਚੇ ਨੂੰ ਪ੍ਰੋਬਲਮ ਹੁੰਦੀ ਆ। ਜਦੋਂ ਇਹ ਵਾਪਸ ਆਏ ਐਕਟਿਵ ਵਗੈਰਾ ਲੈ ਕੇ, ਤੇ ਮੈਂ ਬਹੁਤ ਲਿਟਰਲੀ ਰੋ ਰਹੀ ਸੀਗੀ। ਤੇ ਮੈਂ ਇਹਨਾਂ ਨੂੰ ਦੱਸਿਆ, ਮੈਨੂੰ ਕਹਿੰਦੇ ਤੈਨੂੰ ਕੀ ਹੋ ਗਿਆ। ਮੈਂ ਕਿਹਾ ਕਿ ਵੀ ਉਹ ਇਹ ਮੈਨੂੰ ਇੱਦਾਂ ਕਹਿ ਰਹੇ ਨੇ ਵੀ ਇਹਨੂੰ ਟਿਊਮਰ ਆ ਤੇ ਉਹ ਵੀ ਕੈਂਸੇਰੀਅਸ ਆ, ਮਤਲਬ ਇੱਦਾਂ ਹੈਗਾ। ਤੇ ਮੈਂ ਇਹਨਾਂ ਨੂੰ ਸਪੈਸ਼ਲੀ ਪੁੱਛਿਆ ਵੀ ਤੁਸੀਂ ਡਾਕਟਰ ਦਪਿੰਦਰ ਪਨਵਰ ਨਾਲ ਗੱਲ ਕੀਤੀ ਆ, ਮਤਲਬ ਉਹਨਾਂ ਨੂੰ ਤੁਸੀਂ ਦੱਸਿਆ ਇਸ ਚੀਜ਼ ਬਾਰੇ। ਉਹ ਕਹਿੰਦੇ ਮੈਂ ਮੈਮ ਅੰਦਰ ਉਹਨਾਂ ਦੇ ਨਾਲ ਹੀ ਗੱਲ ਕਰਕੇ ਆਇਆ, ਤੇ ਉਹਨਾਂ ਨੂੰ ਹੀ ਮਤਲਬ ਮੈਂ ਦੱਸ ਕੇ ਉਹਨਾਂ ਨੂੰ ਮੈਂ ਸਾਰਾ ਉਹਨਾਂ ਨਾਲ ਮੇਰੀ ਸਟ੍ਰੇਟ ਫਾਰਵਰਡ ਗੱਲ ਹੋਈ ਆ। ਫਿਰ ਮੈਂ ਤਾਂ ਉਸ ਟਾਈਮ ਤੇ ਇਹੋ ਜਿਹੀ ਸਿਚੁਏਸ਼ਨ 'ਚ ਸੀਗੀ ਨਹੀਂ ਕਿ ਮੈਂ ਗੱਲ ਕਰ ਸਕਾਂ ਡਾਕਟਰ ਨਾਲ। ਇਹ ਗਏ ਫਿਰ ਅੰਦਰ ਡਾਕਟਰ ਨਾਲ ਗੱਲ ਕਰਨ, ਤੇ ਡਾਕਟਰ ਨੂੰ ਪੁੱਛਿਆ। ਉਹ ਕਹਿੰਦੇ ਹਾਂਜੀ ਮਤਲਬ ਇਹ ਕਲੀਅਰ ਆ ਕਿ ਬੱਚੇ ਨੂੰ ਟਿਊਮਰ ਹੈਗਾ ਹੈ, ਬਟ ਚਲੋ ਹਾਲੇ ਫਿਲਹਾਲ ਮੈਨੂੰ ਇੰਨਾ ਰਿਸਕ ਨਹੀਂ ਲੱਗ ਰਿਹਾ। ਤੁਸੀਂ ਇੱਦਾਂ ਕਰਿਓ, ਮੈਂ ਕੱਲ੍ਹ ਅੰਕੁਰ ਹਸਪੀਟਲ ਆਉਣਾ, ਤੁਸੀਂ ਸਰ ਰਿਪੋਰਟਸ ਲੈ ਕੇ ਨਾ ਉੱਥੇ ਆਇਓ ਤੇ ਉੱਥੇ ਮੇਰੇ ਨਾਲ ਗੱਲ ਕਰੋ ਆ ਕੇ ਕਿ ਮਤਲਬ। ਫਿਰ ਅਸੀਂ 2-2:30 ਵਜੇ ਉਹ ਆਏ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਦੇਖੋ ਜਿਹੜੀ ਇਹ ਪ੍ਰੋਬਲਮ ਆ ਨਾ ਮਤਲਬ ਇਸ ਟਾਈਮ ਤੇ ਹੈਗਾ ਇਹ ਨਿਊਰੋਬਲਾਸਟੋਮਾ ਹੀ ਆ ਤੇ ਰੀਅਰ ਕੈਂਸਰ ਆ। ਤੇ ਹੁਣ ਜਿਹੜੀ ਇਹਦੀ ਸਿਚੁਏਸ਼ਨ ਆ ਇਹਦੀ ਇਸ ਟਾਈਮ ਤੇ ਉਹ ਆਰਟਰੀਜ਼ ਦੇ ਬਿਲਕੁਲ ਕੋਲ ਪਿਆ ਆ, ਤੇ ਸਰਜਰੀ ਇਹਦਾ ਸੋਲੂਸ਼ਨ ਆ। ਤੇ ਮੈਂ ਰਿਕਮੈਂਡ ਕਰਦਾ ਮੈਂ ਕਿ PGI ਤੁਸੀਂ ਲੈ ਜਾਓ ਬੱਚੇ ਨੂੰ। ਤੇ ਡਾਕਟਰ ਰਾਮ ਸਮੂਜ ਜੀ ਆ, ਉਹਨਾਂ ਦੇ ਕੋਲ ਤੁਸੀਂ ਉੱਥੇ ਜਾ ਕੇ ਮਤਲਬ ਆਪਣੇ ਬੱਚੇ ਦਾ ਸਰਜਰੀ ਕਰਵਾਓ। ਤੇ ਅਸੀਂ ਕਿਹਾ ਕਿ ਤੁਸੀਂ ਕਨਫਰਮ ਕਰ ਦਿਓ ਅਵੇਲੇਬਲ ਹੈਗੇ ਕਿ, ਕਿਉਂਕਿ ਅਸੀਂ ਕਦੀ PGI ਗਏ ਨਹੀਂ, ਨਾਮ ਸੁਣਿਆ ਹੈ ਕਿ ਉੱਥੇ ਕੁਝ ਸੁਣਿਆ ਕਿ ਡੇਜ਼ ਵਗੈਰਾ ਵੀ ਹੁੰਦੇ ਆ। ਤੇ ਉਹ ਕਹਿੰਦੇ ਕਿ ਹਾਂਜੀ ਮਤਲਬ ਨਾ ਮੈਂ ਕਨਫਰਮ ਕਰ ਦਿਆਂ। ਉਹਨਾਂ ਨੇ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਵੀ ਮੰਡੇ ਮਤਲਬ ਕਿ ਤੁਹਾਨੂੰ ਮਿਲ ਜਾਣਗੇ ਡਾਕਟਰ, ਤੁਸੀਂ ਮੰਡੇ ਜਾਓ। ਇਨ ਬਿਟਵੀਨ ਅਸੀਂ ਘਰ ਆਏ, ਘਰ ਆ ਕੇ ਆਪਸ 'ਚ ਫੈਮਿਲੀ 'ਚ ਗੱਲ ਕੀਤੀ। ਇਹ ਤਾਂ ਇਹਨੂੰ ਸਿਡੇਸ਼ਨ ਸੀ, ਇਹ ਤੇ 4-5 ਘੰਟੇ ਉੱਠਿਆ ਹੀ ਨਹੀਂ ਸਿਡੇਸ਼ਨ ਤੋਂ ਬਾਅਦ। ਤਾਂ ਫਿਰ 1-2 ਜਗ੍ਹਾ ਤੇ ਅਸੀਂ ਹੋਰ ਮਤਲਬ ਸਾਨੂੰ ਜਿਹੜੇ ਨੋਨ ਸੀ, ਮੇਰੇ ਕੋਈ ਨੋਨ ਸੀ ਜਿਹੜੇ PGI ਜੌਬ ਕਰਦੇ ਸੀਗੇ,
ਮੈਂ ਉਹਨਾਂ ਨੂੰ ਕਾਲ ਕੀਤਾ ਤੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਕਹਿੰਦੇ ਦੇਖੋ ਕਿ ਬਿਮਾਰੀ ਵੱਡੀ ਆ, ਅਸੀਂ ਵਾਪਸ ਤਾਂ ਕਰ ਨਹੀਂ ਸਕਦੇ ਵੀ, ਚਲੋ ਇੱਥੇ ਧੱਕੇ ਬਹੁਤ ਆ ਪੀਜੀ ਵਿੱਚ, ਮਤਲਬ ਕਿ ਥੋੜੀ ਹੈਲਪ ਕਰ ਦਾਂਗੇ ਫਾਈਲਸ ਵਗੈਰਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ, ਤੁਸੀਂ ਬੱਚਾ ਲੈ ਕੇ ਆ ਜਾਓ। ਤੁਹਾਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਵੀ ਜਿੰਨੇ ਵੀ ਵੱਡੇ ਟੈਸਟ ਹੈ ਨਾ ਤੁਹਾਡੇ ਕੋਲ, ਕਿਉਂਕਿ ਦੈਟ ਵਾਸ ਉਦੋਂ ਥਰਸਡੇ ਦਾ ਦਿਨ ਸੀਗਾ ਤੇ ਮੰਡੇ ਅਸੀਂ ਜਾਣਾ ਸੀ ਪੀਜੀ ਤੇ ਸਾਡੇ ਕੋਲ 3-4 ਦਿਨ ਸੀਗੇ। ਉਹ ਕਹਿੰਦੇ ਉਹਨਾਂ ਨੂੰ ਯੂਟਿਲਾਈਜ਼ ਕਰੋ, ਤੁਸੀਂ ਨਾ ਸੀਟੀ ਤੇ ਐਮਆਰਆਈ ਵਗੈਰਾ ਕਰਵਾ ਕੇ ਆਓ, ਕਿਉਂਕਿ ਪੀਜੀਆਈ 'ਚ ਨਾ ਡੇਟ 6-6 ਮਹੀਨੇ ਨਹੀਂ ਮਿਲਦੀਆਂ ਇਹਨਾਂ ਚੀਜ਼ਾਂ ਦੀਆਂ। ਫਿਰ ਅਸੀਂ ਕੈਪੀਟਲ ਹਸਪੀਟਲ ਲੈ ਕੇ ਗਏ ਬੱਚੇ ਨੂੰ, 2-3 ਦਿਨ ਦੇ ਟੈਸਟ ਵਗੈਰਾ, ਸੀਟੀ ਵਗੈਰਾ ਹੁੰਦੀ ਰਹੀ, ਐਮਆਰਆਈ ਵਗੈਰਾ ਹੋਈਆਂ। ਉੱਥੇ ਵੀ ਮਤਲਬ ਬੱਚਾ ਦੇਖ ਕੇ ਨਾ, ਛੋਟਾ 3 ਸਾਲ 10 ਕੁ ਮਹੀਨੇ ਦਾ, ਤੇ ਡਾਕਟਰ ਸ਼ਰਮਾ ਸੀਗੇ, ਆਰਡੀ ਸ਼ਰਮਾ, ਬਹੁਤ ਅੱਛੇ ਸੀ ਰੇਡੀਓਲੋਜਿਸਟ। ਉਹਨਾਂ ਨੇ ਸਾਨੂੰ ਲੱਗਾ ਸੀ ਇੰਨਾ ਰੋ ਰਹੇ ਸੀਗੇ, ਸਾਡਾ ਇੰਨਾ ਮਨ ਅਪਸੈਟ ਸੀ। ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਬੇਟਾ ਦੇਖ ਤੇਰੀ ਸਿਚੁਏਸ਼ਨ ਮੈਂ ਸਮਝ ਸਕਦਾ ਬੜੀ ਵਰਸ ਹੈ ਇਸ ਟਾਈਮ ਤੇ, ਬਟ ਮੈਂ ਤੇਰੀ ਪ੍ਰੋਬਲਮ ਸੋਲਵ ਕਰ ਸਕਦਾ, ਥੋੜੀ ਬਹੁਤੀ ਤੇਰਾ ਹੌਸਲਾ ਮਤਲਬ ਮੈਂ ਇੰਨਾ ਕਲੀਅਰ ਕਰਕੇ ਤੈਨੂੰ ਭੇਜ ਸਕਦਾ ਇੱਥੋਂ ਕਿ ਤੇਰੇ ਬੱਚੇ ਦੀ ਇਸ ਟਾਈਮ ਤੇ ਕੀ ਸਿਚੁਏਸ਼ਨ ਆ, ਫੈਲਿਆ ਕਿ ਨਹੀਂ ਫੈਲਿਆ, ਸਟੇਜਿੰਗ ਕਿਹੜੀ ਆ, ਆਪਰੇਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਉਹ 2-3 ਉਹਨਾਂ ਨੇ ਟੈਸਟ ਵਗੈਰਾ ਕੀਤੇ ਤੇ 3 ਵਜੇ ਉਸ ਦਿਨ ਰਿਪੋਰਟ ਆਈ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਦੇਖੋ ਚਲੋ ਬਿਮਾਰੀ ਵੱਡੀ ਹੈ, ਬਟ ਦੇਖੋ ਬੇਟਾ ਮਤਲਬ ਕਿ ਇਹ ਆ ਕਿ ਹਲੇ ਆਪਰੇਟੇਬਲ ਆ, ਬਟ ਸਿਚੁਏਸ਼ਨ ਹਲੇ ਕ੍ਰਿਟੀਕਲ ਆ, ਕਿਉਂਕਿ ਉਹ ਆਰਟਰੀ ਦੇ ਬਿਲਕੁਲ ਕੋਲ ਪਿਆ, ਇਸ ਕਰਕੇ ਨਾ ਤੁਹਾਨੂੰ ਸਰਜਰੀ ਬਹੁਤ ਐਮਰਜੈਂਸੀ 'ਚ ਕਰਵਾਉਣੀ ਪੈਣੀ ਆ। ਹੈਗਾ ਸਟੇਜ 1 ਦਾ ਜਾਂ ਕਿਤੇ ਨਹੀਂ ਹੈਗਾ, ਬਹੁਤ ਛੋਟਾ ਜਿਹਾ ਟਿਊਮਰ ਆ, ਬਟ ਤੁਸੀਂ ਸਰਜਰੀ ਨਹੀਂ ਕਰਾਓਗੇ ਤਾਂ ਮਤਲਬ ਜੇ ਇਹਨੇ ਆਰਟਰੀ ਨੂੰ ਪਕੜ ਲਿਆ ਤੇ ਇਹਦੀ ਜਾਨ ਉਸੇ ਵੇਲੇ ਚਲੇ ਜਾਏਗੀ, ਮਤਲਬ ਟਿਊਮਰ ਦੇ ਕਰਕੇ ਨਹੀਂ, ਮਤਲਬ ਜੋ ਜਿਹੜਾ ਵੀ ਟੱਚ ਕਰ ਗਿਆ। ਤੇ ਚਲੋ 18 ਆਫ ਦਸੰਬਰ 2019 ਨੂੰ ਅਸੀਂ ਪੀਜੀਆਈ ਗਏ, ਡਾਕਟਰਸ ਨਾਲ ਸਾਡੀ ਗੱਲ ਹੋਈ, ਸਰਜਨਸ ਨਾਲ। ਉਹ ਕਹਿੰਦੇ ਦੇਖੋ ਸਾਡਾ ਕੰਮ ਸਰਜਰੀ ਕਰਨ ਦਾ, ਬਟ ਉਹ ਤੋਂ ਪਹਿਲੇ ਅਸੀਂ ਵੀ ਕਨਫਰਮ ਕਰਨਾ ਚਾਹੁੰਦੇ ਹਾਂ ਕਿ ਵੀ ਇਹਦੀ ਪ੍ਰੈਜ਼ੈਂਟ ਸਿਚੁਏਸ਼ਨ ਕੀ ਆ। ਅਸੀਂ ਮਤਲਬ ਬਾਹਰੋਂ ਚਲੋ ਠੀਕ ਹੈ ਤੁਸੀਂ ਟੈਸਟ ਕਰਵਾ ਕੇ ਆ ਗਏ ਹੋ, ਬਟ ਅਸੀਂ ਆਪਣੇ ਲੈਵਲ 'ਤੇ ਫਿਰ ਉਹਨਾਂ ਨੇ ਸਾਨੂੰ 4D 'ਚ ਔਨਕੋਲੋਜਿਸਟ ਡਿਪਾਰਟਮੈਂਟ ਸੀ ਕਿਡਸ ਦਾ, ਉੱਥੇ ਰੈਫਰ ਕੀਤਾ ਤੇ ਉੱਥੇ ਮਤਲਬ ਕਿ ਸਾਰੇ ਟੈਸਟ ਜਿਹੜੇ ਹੋਏ, ਬੋਨ ਮੈਰੋ ਵਗੈਰਾ ਹੋਇਆ, ਪੈਟ ਸਕੈਨ ਹੋਈ, ਨੀਡਲ ਜਾਂਚ ਹੋਈ। ਉਹ ਸਭ ਕਰਨ ਤੋਂ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਕਿ ਮਤਲਬ ਬੋਨ ਮੈਰੋ ਵੀ ਕਲੀਅਰ ਸੀਗਾ, ਸਭ ਕੁਝ ਕਲੀਅਰ ਸੀ, ਸਿਰਫ ਇੱਕੋ ਜਗ੍ਹਾ 'ਤੇ ਆਇਆ। ਤੇ ਕਰਨ ਤੋਂ ਬਾਅਦ ਉਹ ਸਾਨੂੰ ਕਹਿੰਦੇ ਕਿ ਦੇਖੋ ਅਸੀਂ ਸਰਜਰੀ ਪਲਾਨ ਕਰਤੀ ਬੱਚੇ ਦੀ। 31 ਜਨਵਰੀ 2020 'ਚ ਇਹਦੀ ਪਹਿਲੀ ਸਰਜਰੀ ਹੋਈ ਆ, ਜਿਹੜੀ ਕਿ ਮਤਲਬ ਸਿਰਫ ਇੱਕੋ ਜਗ੍ਹਾ 'ਤੇ ਸੀਗੀ। ਤੇ ਉਸ ਤੋਂ ਬਾਅਦ ਸਰਜਰੀ ਤੋਂ ਬਾਅਦ ਸਾਨੂੰ ਵੀਕ ਉੱਥੇ ਰੱਖਿਆ ਗਿਆ। ਵੀਕ ਤੋਂ ਬਾਅਦ ਸਾਨੂੰ ਘਰ ਭੇਜ ਦਿੱਤਾ ਗਿਆ ਤੇ ਕਹਿੰਦੇ ਕਿ ਵੀ ਟਿਊਮਰ ਤੇ ਇੱਕ ਟੈਸਟ ਹੋਏਗਾ ਜਿਹੜਾ ਕੱਢਿਆ ਗਿਆ, ਐਨੀਮਿਕ ਨਾਮ ਦਾ ਟੈਸਟ ਹੁੰਦਾ, ਫਿਸ਼ 1 ਟੈਸਟ, ਉਹ ਹੋਏਗਾ ਤੇ ਉਸ ਤੋਂ ਪਤਾ ਲੱਗੇਗਾ ਕਿ ਤੁਹਾਡੇ ਬੱਚੇ ਨੂੰ ਕੀਮੋਸ ਜਾਂ ਰੇਡੀਏਸ਼ਨ ਜਾਣੀ ਹੈ ਕਿ ਨਹੀਂ। ਜਦੋਂ ਆਪਾਂ ਨਹੀਂ ਅਵੇਅਰ ਹੁੰਦੇ, ਸਾਨੂੰ ਵੀ ਇਹਦੀ ਕੈਂਸਰ ਦਾ ਨਾਮ ਹੀ ਸੁਣਿਆ ਸੀ ਪਰ ਕਦੀ ਇੰਨੀ ਨੌਲੇਜ ਨਹੀਂ ਸੀ। ਅਸੀਂ ਵੀ ਪਰਮਾਤਮਾ ਅੱਗੇ ਹੱਥ ਜੋੜਦੇ ਸੀ, ਵਾਹਿਗੁਰੂ ਕਿ ਨਾ ਹੀ ਕੀਮੋ ਲੱਗਣ, ਰੇਡੀਏਸ਼ਨ ਲੱਗਣ ਤਾਂ ਬੈਟਰ ਹੈ, ਕਿਉਂਕਿ ਸੁਣਦੇ ਸੀਗੇ ਕਿ ਕੀਮੋ ਨਾਲ ਬੜੇ ਨੁਕਸਾਨ ਹੁੰਦੇ ਨੇ। ਤੇ ਚਲੋ ਇਹਦਾ ਐਨਮਿਕ ਦੀ ਰਿਪੋਰਟ ਨੈਗੇਟਿਵ ਆ ਗਈ ਤੇ ਡਾਕਟਰ ਨੇ ਕਿਹਾ ਕਿ ਵੀ ਨਹੀਂ ਐਨਮਿਕ ਨੈਗੇਟਿਵ ਹੈਗਾ ਤੇ ਬੱਚੇ ਨੂੰ ਨਾ ਕਿਸੇ ਕੀਮੋ ਰੇਡੀਏਸ਼ਨ ਦੀ ਜ਼ਰੂਰਤ ਨਹੀਂ ਆ, ਲੋ ਗ੍ਰੇਡ ਟਿਊਮਰ ਸੀਗਾ। ਅਸੀਂ ਇੱਦਾਂ ਕਰਦੇ ਇਹਨੂੰ ਫੋਲੋਅਪ 'ਤੇ ਰੱਖਦੇ ਹਾਂ। 16 ਮਾਰਚ 2020 ਨੂੰ ਦਾ ਪਹਿਲਾ ਫੋਲੋਅਪ ਸੀ। ਅਸੀਂ ਬਾਹਰੋਂ ਵੀ ਸਕੈਨ ਕਰਾ ਕੇ ਲੈ ਕੇ ਗਏ ਸੀ ਔਰ ਪੀਜੀਆਈ ਨੇ ਖੁਦ ਵੀ ਸਕੈਨ ਕੀਤਾ ਤੇ ਉਹ ਕਹਿੰਦੇ ਕਿ ਬਿਲਕੁਲ ਕਲੀਅਰ ਆ ਤੁਹਾਡਾ ਬੱਚਾ, ਵਰੀ ਵਾਲੀ ਕੋਈ ਗੱਲ ਨਹੀਂ। ਤੁਸੀਂ ਹੁਣ ਨੈਕਸਟ ਤੁਹਾਡਾ ਫੋਲੋਅਪ 13 ਮਈ 2020 ਨੂੰ ਆ, ਤੁਸੀਂ ਉਦੋਂ ਆਉਣਾ, ਠੀਕ ਹੈ ਜੀ। ਤੇ ਅਸੀਂ ਕਿਹਾ ਕਿ ਕੋਈ ਦਵਾਈ ਵਗੈਰਾ, ਤੁਸੀਂ ਕਹਿੰਦੇ ਨਹੀਂ ਜ਼ਰੂਰਤ ਹੀ ਨਹੀਂ ਹੈ ਕਿਸੇ ਵੀ ਮੈਡੀਸਿਨ ਦੀ ਬੱਚੇ ਨੂੰ। ਤੇ ਅਸੀਂ ਵੀ ਜਿਸ ਤਰ੍ਹਾਂ ਡਾਕਟਰ ਨੇ ਕਿਹਾ ਸੀ ਉਸੇ ਤਰੀਕੇ ਦੇ ਨਾਲ ਮਤਲਬ 13 ਮਈ ਦੀ ਵੇਟ ਕਰ ਰਹੇ ਸੀਗੇ। ਤੇ ਅਸੀਂ 8-9 ਮਈ ਨੂੰ ਇਹਨਾਂ ਨੂੰ ਹੈਲਪਲਾਈਨ ਨੰਬਰ ਸੀ ਉੱਥੇ ਕੰਟੈਕਟ ਕੀਤਾ ਕਿ ਸਰ ਅਸੀਂ ਕਰੋਨਾ ਕਾਫੀ ਆ ਚੁੱਕਾ ਤੇ ਮਤਲਬ ਕਿੱਦਾਂ ਅਸੀਂ ਫਿਜ਼ੀਕਲੀ ਲੈ ਕੇ ਆਈਏ ਇਹਨੂੰ ਬੱਚੇ ਨੂੰ। ਕਹਿੰਦੇ ਕਿ ਤੁਸੀਂ ਇੱਦਾਂ ਕਰੋ ਕਿ ਨਾ ਇਹਦੀ ਦੁਬਾਰਾ ਅਬਡਮਨ ਦੀ ਸਕੈਨ ਕਰਵਾਓ ਤੇ ਉਹ ਰਿਪੋਰਟ ਭੇਜੋ। ਅਸੀਂ ਇਸ ਵਾਰ ਸੁਪਰ ਸਕੈਨ ਤੋਂ ਜੋਸ਼ੀ ਹਸਪੀਟਲ ਤੋਂ ਇਹਦੀ ਸਕੈਨ ਕਰਵਾਈ। ਪੂਰਾ ਕਰੋਨਾ ਸੀਗਾ ਤੇ ਇਸ ਕਰਕੇ ਇਹ ਫਾਦਰ ਤੇ ਬੇਟਾ ਹੀ ਗਏ, ਦੋਨੇ ਜਾਣੇ ਸਕੈਨ ਕਰਵਾ ਕੇ ਆਏ। ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਮਤਲਬ ਕੀ ਰਿਪੋਰਟ ਆਈ ਆ, ਕਹਿੰਦੇ ਕਿ ਵੀ ਉਹਨਾਂ ਨੇ ਕੁਝ ਦੱਸਿਆ ਨਹੀਂ, ਉਹ ਕਹਿੰਦੇ ਡਾਕਟਰ ਨੂੰ ਦਿਖਾਓ। ਜਿਸ ਤਰ੍ਹਾਂ ਹੀ ਮੈਂ ਰਿਪੋਰਟ ਦੇਖੀ ਉਹਦੇ 'ਚ ਲਿੰਫ ਨੋਡਸ ਦਿਖਾ ਰਿਹਾ ਸੀ ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਵੀ ਮੈਨੂੰ ਲੱਗਦਾ ਦੁਬਾਰਾ ਬਣ ਗਿਆ। ਇਹ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਕਿ ਤੁਸੀਂ ਡਾਕਟਰ ਥੋੜੀ। ਮੈਂ ਕਿਹਾ ਤੁਸੀਂ ਮਤਲਬ ਥੋੜੀ ਫਿਰ ਵੀ 4-5 ਮਹੀਨੇ ਤੁਸੀਂ ਲਗਾਤਾਰ ਪੀਜੀਆਈ ਜਾ ਰਹੇ ਸੀ, ਥੋੜੀ ਬਹੁਤੀ ਰਿਪੋਰਟਸ ਰੀਡ ਕਰਨ ਦਾ ਨੌਲੇਜ ਹੋ ਗਈ ਸੀਗੀ। ਤਾਂ ਮੈਂ ਇਹਨਾਂ ਨੂੰ ਕਿਹਾ ਤੁਸੀਂ ਪ੍ਰੀਵੀਅਸ ਰਿਪੋਰਟ ਜਿਹੜੀ ਮਾਰਚ ਦੀ ਉਹਦੇ ਨਾਲ ਕੰਪੇਅਰ ਕਰਕੇ ਦੇਖ ਲਓ। ਤੇ ਅਸੀਂ ਇੰਨੇ ਵਰੀਡ ਹੋਏ ਕਿ ਪਹਿਲੇ ਸਟੇਜ 1 ਸੀ, ਇਹ 2-3 ਲਿੰਫ ਨੋਡ ਸਟਮਕ 'ਚ ਦਿਖਾ ਰਿਹਾ ਹੈ ਤੇ ਹੋ ਸਕਦਾ ਕਿ ਅਸੀਂ ਇਹ ਸੋਚ ਰਹੇ ਚਲੋ ਸਟੇਜ 1 ਆ ਵੀ ਸੈਕਿੰਡ ਥਰਡ ਸਟੇਜ ਤੱਕ ਮੂਵ ਕਰ ਗਿਆ ਹੋਊਗਾ। ਤੇ ਅਸੀਂ ਫਿਰ ਦੁਬਾਰਾ ਪੀਜੀਆਈ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਉਹਨਾਂ ਨੂੰ ਜਾਣਦੇ ਪਹਿਲੇ ਅਸੀਂ ਪੁੱਛਿਆ ਵੀ ਕਿਉਂ ਪ੍ਰੋਬਲਮ ਆਈ ਤੇ ਉਹ ਕਹਿੰਦੇ ਵੀ ਇਹਦਾ ਕੋਈ ਰੀਜ਼ਨ ਨਹੀਂ ਹੈ, ਦੁਬਾਰਾ ਆ ਗਈ ਹੈ। ਫਿਰ ਉਹਨਾਂ ਨੇ ਸਾਰੀਆਂ ਇਨਵੈਸਟੀਗੇਸ਼ਨਸ ਕਰਵਾਈਆਂ, 1 ਮਹੀਨਾ ਇਨਵੈਸਟੀਗੇਸ਼ਨ ਚੱਲੀਆਂ। ਇਨਵੈਸਟੀਗੇਸ਼ਨ ਹੋਣ ਤੋਂ ਬਾਅਦ 18 ਜੂਨ ਨੂੰ ਜੋ ਰਿਪੋਰਟਸ ਆਈਆਂ ਉਹਦੇ ਬਿਹਾਫ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਤੁਹਾਡਾ ਬੱਚਾ ਹੁਣ 4 ਸਟੇਜ ਦੀ ਕੈਂਸਰ ਤੇ ਪਹੁੰਚ ਗਿਆ ਹੈ। ਇਹਦੇ ਸਰਵਾਈਵਲ ਦੇ 30% ਚਾਂਸਿਸ ਹੈਗੇ ਆ ਤੇ ਪੂਰਾ 1 ਸਾਲ ਦਾ ਫਰੰਟ ਲਾਈਨ ਟ੍ਰੀਟਮੈਂਟ ਆ ਤੇ ਤੁਸੀਂ ਕਰਵਾਓਗੇ। ਤੇ ਅਸੀਂ ਕਿਹਾ ਹਾਂਜੀ ਨਹੀਂ ਅਸੀਂ ਮਤਲਬ ਟ੍ਰੀਟਮੈਂਟ ਕਰਾਵਾਂਗੇ। ਫਿਰ ਇਹਦਾ ਪੂਰਾ ਟ੍ਰੀਟਮੈਂਟ ਸ਼ੁਰੂ ਹੋਇਆ 18 ਜੂਨ ਤੋਂ, ਜਿਹਦੇ ਵਿੱਚ 8 ਪ੍ਰੋਜੈਕਟ ਸੀਗੇ, ਕੀਮੋਥੈਰੇਪੀ, ਦੈਨ ਫਿਰ ਸਰਜਰੀ,
ਦੈਨ ਸਟੈਮ ਸੈਲ ਟ੍ਰਾਂਸਪਲਾਂਟ, ਫਿਰ 24 ਰੇਡੀਏਸ਼ਨਸ ਤੇ 6 ਮਹੀਨੇ ਦੀ ਓਰਲ ਕੀਮੋ ਦੀ ਮੈਡੀਸਿਨ ਸੀ, ਜਿਹੜਾ ਕਿ 18 ਜੂਨ 2021 ਨੂੰ ਖਤਮ ਹੋਇਆ। ਉਸ ਤੋਂ ਬਾਅਦ ਇਹ ਮਤਲਬ ਆਲਮੋਸਟ 60 ਮਹੀਨੇ ਬਿਲਕੁਲ ਠੀਕ ਰਿਹਾ ਤੇ ਅਸੀਂ ਹਰ ਮੰਥ ਇਹਦੀ ਸਕੈਨ ਤੇ ਬਲੱਡ ਟੈਸਟ ਕਰਵਾ ਦਿੰਦੇ ਸੀ। ਡਾਕਟਰ ਸਾਨੂੰ 3 ਮੰਥਸ ਬਾਅਦ ਕਹਿੰਦੇ ਸੀ, ਲੇਕਿਨ ਅਸੀਂ ਹਰ ਮੰਥ ਕਰਵਾਉਂਦੇ ਸੀ ਆਪਣੀ ਸੈਟੀਸਫੈਕਸ਼ਨ ਵਾਸਤੇ ਕਿ ਚਲੋ ਡਰੇ ਹੋਏ ਸੀ ਪਹਿਲੇ ਕਿ ਦੁਬਾਰਾ ਨਾ ਪ੍ਰੋਬਲਮ ਆ। ਤਾਂ 24 ਫੈਬਰਰੀ 2022 'ਚ ਦੁਬਾਰਾ ਜਦੋਂ ਸਕੈਨ ਹਰ ਮੰਥ ਦੀ ਕਰ ਰਹੇ ਸੀ ਤਾਂ ਉਹਦੇ ਵਿੱਚ ਦੁਬਾਰਾ ਮਤਲਬ ਨੋਟ ਬਣੀ। ਸਾਨੂੰ ਡਾਕਟਰ ਗਾਬਾ ਨੇ ਦੱਸਿਆ ਕਿ ਵੀ ਬੱਚੇ ਨੂੰ ਦੁਬਾਰਾ ਪ੍ਰੋਬਲਮ ਆ ਗਈ। ਅਸੀਂ ਫਿਰ ਪੀਜੀਆਈ ਲੈ ਕੇ ਗਏ ਤੇ ਪੀਜੀਆਈ ਨੇ ਸਾਨੂੰ ਟਾਟਾ ਰਿਕਮੈਂਡ ਕਰ ਦਿੱਤਾ ਤੇ ਹੁਣ ਜਿਹੜਾ ਇਹਦਾ ਇਲਾਜ ਹੋਇਆ, 3rd ਸਰਜਰੀ ਹੋਈ ਹੈ 11th ਅਪ੍ਰੈਲ 2022 ਵਿੱਚ, ਉਹ ਟਾਟਾ ਮੈਮੋਰੀਅਲ 'ਚ ਹੋਈ। ਤੇ ਉਹ ਮਤਲਬ ਉਹਨਾਂ ਨੇ ਵੀ ਪਹਿਲੇ ਸਾਨੂੰ ਕਿਹਾ ਕਿ ਵੀ ਦੇਖਣਾ ਪਏਗਾ ਬੱਚਾ ਮਤਲਬ ਹੈ 4 ਸਟੇਜ ਦਾ, ਨੋ ਡਾਊਟ 4 ਸਟੇਜ ਦਾ ਹੀ ਕੈਂਸਰ ਆ ਤੇ ਜੇ ਤੇ ਸਰਜਰੀ ਲਾਈਕ ਹੋਇਆ ਫਿਰ ਹੀ ਪੋਸੀਬਿਲਿਟੀ ਆ, ਅਦਰਵਾਈਜ਼ ਪੋਸੀਬਿਲਿਟੀ ਨਹੀਂ ਆ। ਤੇ ਚਲੋ ਉਹ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਵੀ ਮਤਲਬ ਇੱਕ ਲੋਕਲ ਟਿਊਮਰ ਨਿਕਲਿਆ ਕਿਡਨੀ ਦੇ ਉੱਤੇ ਹੀ ਤੇ ਉਹਨਾਂ ਨੇ 11th ਅਪ੍ਰੈਲ ਨੂੰ ਮਤਲਬ ਇਹਦਾ ਜਿੱਦਾਂ ਸਰਜਰੀ ਕੀਤੀ, ਟਿਊਮਰ ਕੱਢਿਆ, ਨਾਲ ਐਡੀਨਲ ਗਲੈਂਡ ਪਲੱਸ 20% ਕਿਡਨੀ ਰਿਮੂਵ ਕੀਤੀ। ਉਸ ਤੋਂ ਬਾਅਦ ਇਹਨੂੰ ਓਰਲ ਕੀਮੋਥੈਰੇਪੀ ਤੇ ਰੱਖਿਆ ਔਰ ਰੇਡੀਏਸ਼ਨਸ ਲਈ ਦੁਬਾਰਾ ਪੀਜੀਆਈ ਨੂੰ ਫਾਰਮਲ ਲੈਟਰ ਲਿਖ ਕੇ ਦਿੱਤਾ ਗਿਆ ਕਿ ਆਲਰੇਡੀ ਤੁਸੀਂ ਰੇਡੀਏਸ਼ਨਸ ਲਗਾ ਚੁੱਕੇ ਹੋ ਤੇ ਮੈਡੀਸਿਨ ਦੀ ਡੋਜ਼ ਤੁਹਾਨੂੰ ਪਤਾ, ਇਸ ਕਰਕੇ ਹੁਣ ਰੀਸੈਂਟਲੀ ਇਹਦੀਆਂ 10 ਸਾਈਕਲ ਆਫ ਰੇਡੀਓਥੈਰੇਪੀ ਪੀਜੀਆਈ ਤੋਂ ਖਤਮ ਹੋਈਆਂ ਨੇ। ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹੈ ਐਮੀਨੋਥੈਰੇਪੀ ਡਿਕਸਟੀਨੈਟ ਬੀਟਾ ਦਾ ਟ੍ਰੀਟਮੈਂਟ ਕਿਹਾ ਸੀ ਕਰਵਾਉਣ ਵਾਸਤੇ ਬੈਂਗਲੌਰ ਤੋਂ, ਜਿਹੜਾ ਕਿ ਇਹਦਾ ਜਿਹਦੇ ਲਈ ਫੰਡ ਰੇਜ਼ ਕੀਤਾ ਗਿਆ ਹੈ, ਜਿਹੜਾ ਮਜੂਮਦਾਰ ਸ਼ਾਹ ਮੈਡੀਕਲ ਸੈਂਟਰ ਬੈਂਗਲੌਰ ਤੋਂ ਹੋਣਾ ਹੈ, ਜਿਹਦੇ ਵਾਸਤੇ ਇੰਪੈਕਟ ਗੁਰੂ ਤੋਂ ਫੰਡ ਰੇਜ਼ ਕੀਤਾ ਗਿਆ ਹੈ। ਮਤਲਬ ਕਿਉਂਕਿ ਕਾਸਟ ਮੈਡੀਸਿਨ ਦੀ ਇੱਕ ਇਹਨੂੰ ਟੋਟਲ 18 ਵੈਲਸ ਲੱਗਦੀਆਂ ਨੇ ਤੇ ਇੱਕ ਇੰਜੈਕਸ਼ਨ ਦੀ ਕਾਸਟ 10 ਲੱਖ ਹੈ ਤੇ ਇਸ ਕਰਕੇ ਉਹਨਾਂ ਨੇ ਮਤਲਬ ਇੰਪੈਕਟ ਗੁਰੂ ਤੇ ਵੀ ਫੰਡ ਰੇਜ਼ ਕਰਵਾਇਆ, ਲੇਕਿਨ ਮਤਲਬ ਇੰਪੈਕਟ ਗੁਰੂ ਤੋਂ ਵੀ ਹੋ ਰਿਹਾ ਲੇਕਿਨ ਇੰਨਾ ਨਹੀਂ ਹੋ ਪਾ ਰਿਹਾ ਸੀ। ਪ੍ਰਸ਼ਾਸਨ ਨੂੰ, ਡੀਸੀ ਸਾਹਿਬ ਨੂੰ, ਐਮਐਲਏ ਸਾਹਿਬ ਨੂੰ ਤੇ ਐਮਪੀ ਸਾਹਿਬ ਨੂੰ ਮਿਲ ਕੇ ਆਏ, ਖਾਲਸਾ ਏਡ ਐਨਜੀਓ ਨੂੰ ਵੀ ਕੰਟੈਕਟ ਕੀਤਾ, ਉੱਥੇ ਵੀ ਆਪਣੀ ਐਪਲੀਕੇਸ਼ਨ ਲਗਾ ਚੁੱਕੇ ਹਾਂ। ਸਰਬੱਤ ਦਾ ਭਲਾ ਜੀ ਨੂੰ ਸਭ ਪਾਸੇ ਅਸੀਂ ਆਪਣੀ ਗੁਹਾਰ ਲਾ ਚੁੱਕੇ ਹਾਂ ਕਿ ਥੋੜੇ ਕਰਕੇ, ਕਿਉਂਕਿ ਅਮਾਊਂਟ ਬਹੁਤ ਵੱਡਾ ਸਭ ਨਹੀਂ ਚੇਂਜ ਹੋ ਪਾ ਰਿਹਾ ਕਿ ਟਾਈਮ ਬਹੁਤ ਥੋੜਾ ਰਹਿ ਗਿਆ। ਆਲਮੋਸਟ ਸੈਕਿੰਡ ਵੀਕ ਤੱਕ ਅਸੀਂ ਮਤਲਬ ਦੁਬਾਰਾ ਜਾਣਾ ਹੈ ਤੇ ਸਕੈਨ ਤੋਂ ਬਾਅਦ ਇਹਦਾ ਟ੍ਰੀਟਮੈਂਟ ਸ਼ੁਰੂ ਹੋਣਾ ਤੇ ਬਹੁਤ ਮਤਲਬ ਆਲਮੋਸਟ ਸਾਡੇ ਕੋਲ 10-15 ਦਿਨ ਹੀ ਬਚੇ ਨੇ। ਤੇ ਹੁਣ ਤੱਕ ਕਿੰਨੇ ਵਾਰੀ ਟ੍ਰੀਟਮੈਂਟ ਦਾ ਹੋ ਚੁੱਕਾ ਕਿ ਫਸਟ ਟ੍ਰੀਟਮੈਂਟ ਹੈ? ਨਹੀਂ ਮੈਮ, ਮੇਰਾ ਆਲਰੇਡੀ 2 ਵਾਰ ਪੀਜੀਆਈ ਤੋਂ ਹੋ ਚੁੱਕਾ, 3rd ਟਾਈਮ ਟਾਟਾ ਤੋਂ ਹੋ ਚੁੱਕਾ। ਤੁਸੀਂ ਚੌਥੀ ਵਾਰ ਇਸ ਵਾਰ ਜਾ ਰਹੇ ਹੋ ਜਿਹਦੇ ਲਈ ਅਸੀਂ ਫੰਡ ਰੇਜ਼ਿੰਗ ਦੀ ਗੱਲ ਕਰ ਰਹੇ ਹਾਂ। ਹਾਂਜੀ ਮੈਮ, ਪਹਿਲੇ ਜੋ ਸੀਗਾ ਸਾਡੇ ਕੋਲ ਜਿੰਨੀ ਸੇਵਿੰਗ ਸੀ 15-20 ਲੱਖ ਉਹ ਆਪਣੇ ਕੋਲੋਂ ਲਗਾ ਚੁੱਕੇ ਹਾਂ। ਠੀਕ ਹੈ, ਤੇ ਜਿੰਨਾ ਉਦੋਂ ਸੀ ਮਤਲਬ ਆਪਣੀ ਜਿੰਨੀਆਂ ਸੇਵਿੰਗ ਸੀ ਪਰਸਨਲ ਲਗਾ ਚੁੱਕੇ, ਕਿਸੇ ਕੋਲ ਚਲੋ ਕੋਈ ਮਦਦ ਦੀ ਜ਼ਰੂਰਤ ਨਹੀਂ ਪਈ ਸਾਨੂੰ, ਬਟ ਇਸ ਟਾਈਮ ਅਮਾਊਂਟ ਇੰਨਾ ਵੱਡਾ ਕੋਈ ਵੀ ਮੈਨੂੰ ਲੱਗਦਾ ਮਿਡਲ ਕਲਾਸ ਫੈਮਿਲੀ ਅਫੋਰਡ ਨਹੀਂ ਕਰ ਸਕਦੀ। ਇਸ ਕਰਕੇ ਮਤਲਬ ਅਸੀਂ ਇੱਥੇ ਹੌਕ ਰਾਈਡਰ ਗਰੁੱਪਸ ਤੋਂ ਵੀ, ਇੰਪੈਕਟ ਗੁਰੂ ਤੋਂ ਵੀ, ਮਤਲਬ ਐਮਜੀਐਨ ਪਬਲਿਕ ਸਕੂਲ UE2 ਆ, ਉਹਨਾਂ ਨੇ ਵੀ ਸਾਡੀ ਹੈਲਪ ਕੀਤੀ। ਹੌਕ ਰਾਈਡਰ ਗਰੁੱਪ ਨੇ ਕੱਲ੍ਹ ਇਵੈਂਟ ਆਰਗੇਨਾਈਜ਼ ਕਰਾਇਆ ਸੀ ਮਤਲਬ ਆਹਾਨ ਦੇ ਵਾਸਤੇ ਸਪੈਸ਼ਲੀ, ਤੇ ਉਹ ਸਾਡੀ ਬਹੁਤ ਹੈਲਪ ਕਰ ਰਹੇ ਨੇ। ਫੰਡ ਰੇਜ਼ਿੰਗ ਦੀ ਜਦੋਂ ਆਪਾਂ ਗੱਲ ਕਰਦੇ, ਤੁਹਾਨੂੰ ਕੀ ਲੱਗਦਾ ਕਿ ਸਮਾਜ ਦੇ ਵਿੱਚ ਹੈ ਨਾ ਕਿੰਨੇ ਕੁ ਲੋਕ ਆ ਜਿਹੜੇ ਇਹਦੇ ਲਈ ਅੱਗੇ ਆਉਂਦੇ ਆ, ਜਾਂ ਤੁਹਾਨੂੰ ਕਿੱਦਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ? ਕਿਉਂਕਿ ਹੌਕ ਰਾਈਡਰਸ ਗਰੁੱਪ 'ਤੇ ਤੁਸੀਂ ਗੱਲ ਕੀਤੀ, ਕੀ ਤੁਹਾਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਹਜੇ ਵੱਧ ਚੜ੍ਹ ਕੇ ਅੱਗੇ ਨਹੀਂ ਆਉਣਾ ਚਾਹੀਦਾ? ਕਿਉਂਕਿ ਇੱਕ ਗਰੁੱਪ ਆਪਣੇ ਵੱਲੋਂ ਕੰਮ ਕਰ ਰਿਹਾ, ਇਸ ਤੋਂ ਬਿਨਾਂ ਜਿਹੜਾ ਇਹ ਗਰੁੱਪ ਹੈ, ਇਹ ਵੀ ਅਸੀਂ ਦਰਸ਼ਕਾਂ ਤੱਕ ਜ਼ਰੂਰ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਸ ਗਰੁੱਪ ਦੇ ਨਾਲ ਅਪਰੋਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਕਿਵੇਂ ਇਹ ਗਰੁੱਪ ਤੁਹਾਡੀ ਮਦਦ ਦੇ ਲਈ ਅੱਗੇ ਆਇਆ? ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ, ਆਹਾਨ ਸਿੰਘ ਦਾ ਫਾਦਰ ਹਾਂ। ਐਕਚੁਅਲੀ ਮੇਰਾ ਫਰੈਂਡ ਹੈ ਰਮਨਦੀਪ ਬਰਾੜ ਜੀ, ਉਹ ਆਪਣੇ ਹੌਕ ਰਾਈਡਰਸ ਗਰੁੱਪ ਦੇ ਮੈਂਬਰ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਐਜ਼ ਅ ਫਰੈਂਡ ਕਿ ਅਸੀਂ ਤੁਹਾਡੀ ਹੈਲਪ ਕਰ ਰਹਾਂਗੇ, ਅਸੀਂ ਆਪਣੇ ਹੌਕ ਰਾਈਡਰ ਗਰੁੱਪ ਦੇ ਥਰੂ ਹੈਲਪ ਕਰਾਂਗੇ, ਤੇ ਜਿਹਦੇ ਵਿੱਚ ਕਿ ਸਾਡੇ ਮਨਿੰਦਰ ਮੈਮ ਹੈਗੇ ਆ ਤੇ ਇੱਕ ਸਾਡੇ ਕੁਵਰਜ ਸਰ ਹੈਗੇ ਆ, ਉਹਨਾਂ ਦੇ ਥਰੂ ਤੁਹਾਡੀ ਹੈਲਪ ਕੀਤੀ ਜਾਏਗੀ ਤੇ ਅਸੀਂ ਉਹਦੇ ਲਈ ਇੱਕ ਇਵੈਂਟ ਵੀ ਅਰੇਂਜ ਕਰਾਂਗੇ ਬੱਚੇ ਲਈ। ਤੇ ਮੇਰੇ ਬੇਟੇ ਲਈ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਬੇਟੇ ਲਈ ਇੱਕ ਇਵੈਂਟ ਅਰੇਂਜ ਕੀਤਾ ਗਿਆ, ਜਿਹਦੇ ਵਿੱਚ ਕਿ ਨੀਅਰ ਅਬਾਊਟ 150 ਰਾਈਡਰਸ ਆਏ ਸੀਗੇ ਆਲ ਓਵਰ ਪੰਜਾਬ ਤੋਂ, ਤੇ ਉਹਨਾਂ ਨੇ ਉਸ 'ਚ ਹਿੱਸਾ ਲਿਆ ਤੇ ਅਵੇਅਰਨੈਸ ਕੀਤੀ ਹੈ ਪੂਰੇ ਜਲੰਧਰ ਦੇ ਵਿੱਚ, ਤੇ ਜਿਹਨੂੰ ਕਿ ਉਹ ਅੱਗੇ ਸ਼ੇਅਰ ਕਰਨਗੇ ਆਪਣੇ ਸਾਰੇ ਗਰੁੱਪਸ ਦੇ ਵਿੱਚ ਵੀ, ਤਾਂ ਕਿ ਮੇਰੇ ਬੇਟੇ ਦੀ ਜਿੰਨੀ ਜਲਦੀ ਹੋ ਸਕੇ ਉਹ ਹੈਲਪ ਕਰ ਸਕਣ। ਤੇ ਉਹਨਾਂ ਦਾ ਕੋਲ ਇੱਕ ਜ਼ਰੀਆ ਸੀਗਾ ਜਿਹਦੇ ਥਰੂ ਉਹ ਸਾਡੀ ਹੈਲਪ ਕਰ ਰਹੇ ਹਨ। ਤੇ ਇਹਦੇ ਇਲਾਵਾ ਸਾਡੇ ਇੱਥੇ ਮਾਨਯੋਗ ਜਤਿੰਦਰ ਸਿੰਘ ਸਰ ਹੈਗੇ ਜੀ, ਐਮਜੀਐਨ ਪਬਲਿਕ ਸਕੂਲ ਅਰਬਨ ਸਟੇਟ ਜਲੰਧਰ ਦੇ, ਉਹਨਾਂ ਨੇ ਵੀ ਬਹੁਤ ਸਾਡੀ ਹੈਲਪ ਕੀਤੀ ਹੈ। ਉਹਨਾਂ ਨੇ ਈਵਨ ਆਪਣੇ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਥਰੂ ਵੀ ਸਾਡੀ ਹੈਲਪ ਕਰਵਾਈ ਹੈ, ਤੇ ਉਹਨਾਂ ਨੇ ਆਪ ਵੀ ਮੇਰੇ ਦੋਨੋਂ ਬੱਚਿਆਂ ਦੀ ਬਹੁਤ ਹੈਲਪ ਕੀਤੀ ਹੈ। ਅਸੀਂ ਉਹਨਾਂ ਦੀ ਬਹੁਤ ਥੈਂਕਸਫੁਲ ਕਰਦੇ ਹਾਂ। ਤੇ ਬਟ ਸੁਸਾਇਟੀ ਦੀ ਹੋਰ ਗੱਲ ਕੀਤੀ ਜਾਵੇ ਤੇ ਅਸੀਂ ਹਜੇ ਵੀ ਮਤਲਬ ਸਭ ਵੱਲ ਇੱਕ ਅੱਖਾਂ ਨਾਲ ਦੇਖ ਰਹੇ ਹਾਂ ਕਿ ਸਾਡੇ ਵੱਲ ਸ਼ਾਇਦ ਕੋਈ ਹੋਰ ਵੱਡੀ ਉਮੀਦ ਦੇ ਨਾਲ ਕੋਈ ਸਾਡੇ ਕੋਲ ਆਏਗਾ ਤੇ ਸਾਡੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਡੋਨੇਸ਼ਨ ਦੀ, ਜੋ ਕਿ ਇੰਨੀ ਅਮਾਊਂਟ ਸਾਨੂੰ ਚਾਹੀਦੀ ਹੈ ਬੱਚੇ ਦੇ ਇਲਾਜ ਵਾਸਤੇ, ਉਹਨੂੰ ਉਹ ਸੋਲਵ ਕਰ ਸਕਣ।
ਤੇ ਇਹਦੇ ਲਈ ਅਸੀਂ ਬਹੁਤ ਐਫਰਟ ਕਰਦੇ ਪਏ ਹਾਂ। ਅਸੀਂ ਸਾਰੀ ਸੁਸਾਇਟੀ ਦੇ ਜਿੰਨੇ ਵੀ NGOs ਜਾਂ ਵੱਡੇ ਵੱਡੇ ਬਿਜ਼ਨਸਮੈਨਸ ਹੈ ਜਾਂ ਕੋਈ ਵੀ ਸਾਡੇ ਨੋਨਸ ਹੈਗੇ, ਸਭ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਡੀ ਜਿੰਨੀ ਹੋ ਸਕੇ ਜਲਦੀ ਤੋਂ ਜਲਦੀ ਹੈਲਪ ਕੀਤੀ ਜਾਵੇ, ਕਿਉਂਕਿ ਸਾਡੇ ਕੋਲ ਐਕਚੁਅਲ 'ਚ ਅਮਾਊਂਟ ਤਾਂ ਬਹੁਤ ਜ਼ਿਆਦਾ ਹੈ, ਬਟ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਬੱਚੇ ਦੇ ਇਲਾਜ ਲਈ। ਤੇ ਜੇ ਬੱਚੇ ਨੂੰ ਇਲਾਜ ਮਿਲਣਾ ਹੈ ਤਾਂ ਉਹਦੇ ਲਈ ਸਾਡੇ ਕੋਲ ਟਾਈਮ ਘੱਟ ਹੈ, ਤਾਂ ਉਹ ਸਾਨੂੰ ਜਲਦੀ ਹੋ ਜਾਵੇ ਸਾਰਾ ਕੁਝ ਹੀ। ਅੱਛਾ, ਜਦੋਂ ਅਮਾਉਂਟ ਦੀ ਮੋਨਿਕਾ ਜੀ ਗੱਲ ਕਰਦੇ ਆ, ਕਿੰਨੀ ਅਮਾਉਂਟ ਜਿਹੜੀ ਹੈ ਹੁਣ ਤੱਕ ਜਮ੍ਹਾਂ ਹੋ ਚੁੱਕੀ ਹੈ ਅਗਲੀ ਇਹਦੇ ਟ੍ਰੀਟਮੈਂਟ ਦੇ ਲਈ, ਤੇ ਕਿੰਨੀ ਹਜੇ ਰਹਿੰਦੀ ਹੈ? ਹਾਂ ਮੈਮ 60 ਕੁ ਲੱਖ ਇੰਪੈਕਟ ਗੁਰੂ ਤੇ ਹੋ ਚੁੱਕਾ ਤੇ 10 ਕੁ ਲੱਖ ਜਿੱਦਾਂ ਮਤਲਬ ਕੱਲ ਹੌਕਰਾਈਡ ਤੋਂ ਵੀ ਆ, ਬਾਕੀ ਵੀ ਜਿਵੇਂ ਪਰਸਨਲ ਪਹਿਲੇ ਵੀ 1-2 ਨਿਊਜ਼ ਚੈਨਲ ਦੇ ਥਰੂ ਹੋਇਆ ਜਾਂ ਸਾਡੇ ਪਰਸਨਲ ਫਰੈਂਡਸ ਸੀ ਜਿਹੜੇ ਬਾਹਰ ਜਾਂ ਇੰਡੀਆ 'ਚ ਬੈਠੇ ਨੇ, ਤਾਂ 10 ਕੁ ਲੱਖ ਸਾਡੇ ਅਕਾਊਂਟ 'ਚ ਮਤਲਬ ਨੀਅਰ ਟੋਟਲ 70 ਲੱਖ ਅਮਾਊਂਟ ਸਾਡੇ ਕੋਲ ਇਕੱਠਾ ਹੈ। ਦੈਟ ਹਲੇ ਵੀ ਉਹ ਬਹੁਤ ਫਾਰ ਵੇ ਆ, ਮਤਲਬ ਕਿ ਅੱਧ 'ਚ ਵੀ ਨਹੀਂ ਪਹੁੰਚੇ, ਕਿਉਂਕਿ ਸਾਨੂੰ ਜਿਹੜਾ 15 ਜੁਲਾਈ ਨੂੰ ਬੁਲਾਇਆ ਗਿਆ ਹੈ, ਉਹਨਾਂ ਨੇ ਇਹੀ ਮਤਲਬ ਸਕੈਨ ਹੋਣੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਤੁਹਾਡਾ 60% ਅਮਾਊਂਟ ਚੇਜ਼ ਹੋਊਗਾ ਤਾਂ ਬੱਚੇ ਦਾ ਟ੍ਰੀਟਮੈਂਟ ਸ਼ੁਰੂ ਹੋਗਾ, ਬਾਕੀ ਤੁਸੀਂ ਚੇਜ਼ ਕਰਦੇ ਰਹੋ ਨਾਲ ਨਾਲ, ਠੀਕ ਹੈ। ਬਟ ਉਹ 60% ਵੀ ਮੈਮ ਹਲੇ ਨਹੀਂ ਚੇਜ਼ ਕਰ ਪਾਏ। ਜਦੋਂ ਅਸੀਂ ਗੱਲ ਕਰਦੇ ਹਾਂ ਇਸ ਤਰ੍ਹਾਂ ਦੀ ਬੱਚੇ ਦੀ ਦਿੱਕਤ ਨੂੰ ਲੈ ਕੇ, ਤੇ ਹੁਣ ਜਦੋਂ ਅਸੀਂ ਹਾਂ ਨੂੰ ਇੱਥੇ ਆ ਕੇ ਮਿਲੇ ਆ, ਉਹ ਤਾਂ ਇਦਾਂ ਲੱਗਦਾ ਕਿ ਬੱਚਾ ਇੰਨਾ ਖੁਸ਼ ਦਿਲ, ਇੰਨਾ ਜ਼ਿੰਦਾ ਦਿਲ, ਖਾਸ ਕਰਕੇ ਕਿਉਂਕਿ ਅਸੀਂ ਬੱਚੇ ਦੇ ਬਹੁਤ ਸਾਰੇ ਸ਼ਾਰਟਸ ਤੁਹਾਡੇ ਨਾਲ ਸਾਂਝੇ ਵੀ ਕਰ ਰਹੇ ਹਾਂ ਇਸ ਇੰਟਰਵਿਊ ਦੇ ਦੌਰਾਨ, ਇਸ ਗੱਲਬਾਤ ਦੇ ਦੌਰਾਨ, ਕਿ ਹਾਂ ਦੀ ਜਦੋਂ ਗੱਲ ਕਰਦੇ ਹਾਂ ਬੱਚੇ ਦਾ ਜਿਹੜਾ ਬੋਲਚਾਲ ਹੈ, ਉਹਦੀ ਜਿਹੜੀ ਇੱਕ ਸਰੀਰਕ ਭਾਸ਼ਾ ਜਿਹਨੂੰ ਬੋਡੀ ਲੈਂਗੁਏਜ ਅਸੀਂ ਕਹਿੰਦੇ ਹਾਂ, ਉਹ ਇੰਨੀ ਪਿਆਰੀ ਹੈ, ਇੰਨੀ ਸਧਾਰਨ ਹੈ ਕਿ ਤੁਸੀਂ ਦੇਖ ਕੇ ਮਹਿਸੂਸ ਨਹੀਂ ਕਰ ਸਕਦੇ ਕਿ ਬੱਚਾ ਕਿਸੇ ਇਸ ਤਰ੍ਹਾਂ ਦੀ ਦਿੱਕਤ ਦੇ ਨਾਲ ਜੂਝ ਰਿਹਾ। ਨਾਰਮਲ ਰੂਟੀਨ ਦੇ ਵਿੱਚ ਆਹਾਨ ਹੁਣ ਵੀ ਹੈ, ਕੀ ਇਹਦੀ ਡੇ ਰੂਟੀਨ ਰਹਿੰਦੀ ਹੈ, ਕਿਸ ਤਰ੍ਹਾਂ ਦੇ ਇਹਦਾ ਰਿਐਕਟ ਰਿਹਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਅਵੇਅਰ ਹੈ ਬੱਚਾ ਇਸ ਡਿਜ਼ੀਜ਼ ਨੂੰ ਲੈ ਕੇ? ਪਹਿਲੇ ਤਾਂ ਮੈਮ ਨਹੀਂ ਸੀਗਾ, ਕਿਉਂਕਿ ਜਦੋਂ ਫਸਟ ਟਾਈਮ ਇਹਨੂੰ ਦਸੰਬਰ 19 'ਚ ਪ੍ਰੋਬਲਮ ਆਈ ਸੀ, ਬਹੁਤ ਛੋਟਾ ਸੀਗਾ ਤੇ 3 ਸਾਲ 10 ਮਹੀਨੇ ਦਾ ਸੀਗਾ, ਤੇ ਮਤਲਬ ਉਦੋਂ ਇਹਨੂੰ ਇੰਨਾ ਹੀ ਪਤਾ ਸੀ ਕਿ ਮੇਰੇ ਸਟਮਕ 'ਚ ਕੋਈ ਪ੍ਰੋਬਲਮ ਆ ਤੇ ਉਹ ਕੱਢ ਦਿੱਤੀ ਆ। ਬਟ ਮਤਲਬ 5 ਇਅਰਸ ਔਨਵਰਡਸ, ਕਿਉਂਕਿ PGI 'ਚ ਡਾਕਟਰਸ ਵੀ ਮਤਲਬ ਸਿੱਧਾ ਸਟ੍ਰੇਟ ਫਾਰਵਰਡ ਨੇ, ਉਹ ਪੇਸ਼ੈਂਟ ਜਦੋਂ OPD 'ਚ ਜਾਂਦਾ, ਬੱਚਾ ਵੀ ਨਾਲ ਹੁੰਦਾ, ਸਿੱਧਾ ਹੀ ਨਾਮ ਲੈਂਦੇ ਨੇ ਕਿ ਆ, ਤੇ ਇਹਨੂੰ ਪਤਾ ਮੈਨੂੰ ਪੁੱਛ ਲਓ ਜਾਏ, ਇਹਨੂੰ ਪਤਾ ਮੈਨੂੰ ਨਿਊਰੋਬਲਾਸਟੋਮਾ ਔਰ ਕੈਂਸਰ ਆ। ਬਟ ਮੈਮ ਚਲੋ ਬੀਇੰਗ ਹਾਲੇ ਉਹਦੀ ਏਜ ਦੇ ਅਕੋਰਡਿੰਗਲੀ ਉਹ ਇੰਨਾ ਮਤਲਬ ਉਹਨੂੰ ਇਹ ਨਹੀਂ ਪਤਾ ਕਿ ਕਿੰਨੀ ਡੈਡਲੀ ਹੈ ਤੇ ਇਹਦੇ ਕੌਨਸੀਕੁਐਂਸਿਸ ਕੀ ਹੋ ਸਕਦੇ ਆ, ਬਸ ਇੰਨਾ ਪਤਾ ਕਿ ਮੈਨੂੰ ਕੈਂਸਰ ਹੈ, ਠੀਕ ਹੈ। ਕਿ ਇਹਨੂੰ ਇਹ ਵੀ ਪਤਾ ਕਿ ਹੁਣ ਰੇਡੀਓਥੈਰੇਪੀ ਲੱਗੀ ਤੇ ਮੈਨੂੰ ਰੇਡੀਏਸ਼ਨਸ ਲੱਗੀਆਂ ਨੇ, ਮੈਨੂੰ ਕੀਮੋ ਲੱਗਦੀ ਆ। ਜਦੋਂ ਪਹਿਲੇ ਟ੍ਰੀਟਮੈਂਟ ਕਰਵਾਈ ਦਾ ਸੀ ਉਦੋਂ ਇਹ ਵਰਡ ਯੂਜ਼ ਕਰਦਾ ਸੀ ਕਿ ਪਾਣੀ ਕੀ ਬੋਟਲ ਲੱਗੇਗੀ ਔਰ ਇੰਜੈਕਸ਼ਨ ਲੱਗੇਗਾ, ਕਿਉਂਕਿ ਇਹਨੂੰ ਕੀਮੋਥੈਰੇਪੀ ਦਾ ਪਤਾ ਨਹੀਂ ਸੀ। ਬਟ ਹੁਣ ਇਹ ਪੂਰਾ ਇਸ ਡਿਜ਼ੀਜ਼ ਤੋਂ ਅਵੇਅਰ ਆ। ਤੇ ਬੱਚੇ ਦਾ ਇਹਦਾ ਫਿਰ ਕੀ ਰੂਟੀਨ ਰਹਿੰਦਾ ਹੁਣ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਆਉਂਦੇ, ਕਿਉਂਕਿ ਇਹ ਪ੍ਰੋਸੈਸ ਜਿੱਦਾਂ ਵਾਰ-ਵਾਰ ਮੈਂ ਇਸ ਮਹਿਸੂਸ ਕਰਕੇ ਗੱਲ ਕਰ ਰਹੀ ਹਾਂ ਕਿ ਇਹ ਪ੍ਰੋਸੈਸ ਇੰਨਾ ਪੇਨਫੁਲ ਹੈਗਾ ਕਿ ਨਾਰਮਲ ਜਿਹੜੇ ਅਸੀਂ ਇੱਕ ਸਮਝ ਵਾਲੇ ਲੋਕ ਆ, ਜਿਹਨਾਂ ਦੀ ਸਾਡੀ ਉਮਰ ਹੈ, ਅਸੀਂ ਜਦੋਂ ਕਿਸੇ ਨੂੰ ਇੰਨੀ ਦਿੱਕਤ ਆਉਂਦੀ, ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਉੱਥੇ ਇਹਨੂੰ ਬੀਅਰ ਕਰਨਾ ਮੁਸ਼ਕਲ ਹੋ ਜਾਂਦਾ। ਉਸ ਤੋਂ ਬਾਅਦ ਕੀ ਹਾਂ ਦਾ ਰਿਐਕਸ਼ਨ ਹੁੰਦਾ ਆ ਕੇ, ਜਾਂ ਇਹਦੀ ਡਾਈਟ ਦੇ ਵਿੱਚ ਕੀ ਚੇਂਜਸ ਹੋਈਆਂ, ਇਹਦੇ ਖੇਡਣ ਨੂੰ ਲੈ ਕੇ ਕੀ ਚੇਂਜਸ ਹੋਈਆਂ, ਬਿਹੇਵੀਅਰਲ ਚੇਂਜਸ ਇਹਦੇ ਵਿੱਚ ਕੁਝ ਆਈਆਂ? ਮੈਮ ਬਿਹੇਵੀਅਰ ਚੇਂਜਸ ਮਤਲਬ ਜਦੋਂ ਕੋਈ ਵੀ ਥੈਰੇਪੀ ਲੱਗਦੀ, ਹੁਣ ਰੀਸੈਂਟਲੀ ਰੇਡੀਏਸ਼ਨ ਥੈਰੇਪੀ ਹੋਈ ਹੈ, ਇਹਨੇ 2 kg weight lose ਕੀਤਾ ਤੇ ਸਕਿਨੀ ਹੋ ਜਾਂਦਾ, ਇਹਨੇ ਪੂਰੀ ਰੇਡੀਏਸ਼ਨ 'ਚ ਕੁਝ ਖਾਦਾ ਨਹੀਂ, ਮਤਲਬ 3-4 ਦਿਨ ਤੇ ਚਪਾਤੀ ਵੱਲ ਲੁੱਕ ਓਵਰ ਵੀ ਨਹੀਂ ਕੀਤਾ, ਬਸ ਲਿਕੁਇਡਸ ਤੇ ਨਾਰੀਅਲ ਪਾਣੀ, ਨਿੰਬੂ ਪਾਣੀ, ਪਾਣੀ ਬਸ ਇਹੀ ਕੁਝ ਲਿਆ, ਤਾਂ ਜਾਂ ਵੋਮਿਟਸ ਲੱਗ ਜਾਂਦੀਆਂ ਸੀਗੀਆਂ। ਤੇ ਉਸ ਤੋਂ ਬਾਅਦ ਹੁਣ 1-2 ਦਿਨ 'ਚ ਥੋੜੀ ਜਿਹੀ ਚਪਾਤੀ ਖਾਣੀ ਸ਼ੁਰੂ ਕੀਤੀ, ਰਾਈਸ ਤੇ ਸ਼ੁਰੂ ਤੋਂ ਹੀ ਨਹੀਂ ਖਾਂਦਾ। ਬਾਕੀ ਗੱਲ ਰਹੀ ਡਾਈਟ ਦੀ, ਮੈਮ ਡਾਈਟ ਤਾਂ ਮੈਂ ਸ਼ੁਰੂ ਤੋਂ ਹੀ ਮਤਲਬ ਇਹਨੂੰ ਕਦੀ ਚਿਪਸ, ਕੋਲਡ ਡਰਿੰਕ, ਈਵਨ ਮੇਰੀ ਬੇਟੀ ਉਹਨੂੰ ਵੀ ਅਸੀਂ ਕਦੀ ਦਿੱਤਾ ਹੀ ਨਹੀਂ ਸੀ ਘਰ 'ਚ। ਇਹਨੂੰ ਮੈਂ ਜਿੰਨੀ ਵੀ ਹੋ ਸਕਦੀ, ਜਦੋਂ ਦੀ ਡਿਜ਼ੀਜ਼ ਦਾ ਪਤਾ ਲੱਗਾ ਉਦੋਂ ਤੋਂ ਮੈਨੂੰ ਆਰਗੈਨਿਕ ਡਾਈਟ ਦਿੰਦੀ ਹਾਂ, ਮਤਲਬ ਜਿੰਨਾ ਵੀ ਹੋ ਸਕਦਾ। ਇਹਦੇ ਵਾਸਤੇ ਆਟਾ ਵੱਖਰਾ ਆਉਂਦਾ ਹੈ, ਮਤਲਬ ਕੱਲ ਵੀ ਮੈਂ ਇਹਦੇ ਵਾਸਤੇ ਅਲੱਗ ਤੋਂ ਆਟਾ ਪਿਸਵਾ ਕੇ ਲਿਆਈ ਹਾਂ। ਇਹਦੇ ਵਾਸਤੇ ਵੈਜੀਟੇਬਲਸ ਵੀ ਅਲੱਗ ਤੋਂ, ਮਤਲਬ ਫਰੂਟਸ ਵੀ, ਇਹਨੂੰ ਮਤਲਬ ਕੋਸ਼ਿਸ਼ ਕਰੀਦੀ ਆਰਗੈਨਿਕ ਦੇਈਏ, ਇਹਨੂੰ ਕੋਈ ਕੋਲਡ ਡਰਿੰਕ ਨਹੀਂ ਦੇਈਦੀ, ਨਾਰੀਅਲ ਪਾਣੀ ਵਗੈਰਾ, ਇਹਨੂੰ ਸਮੂਥੀਜ਼ ਵਗੈਰਾ ਘਰ ਬਣਾ ਕੇ ਜੋ ਸਾਰੀ ਚੀਜ਼ ਨੂੰ ਅੰਡਰਸਟੈਂਡ ਕਰਦਾ ਹੈ ਮੈਮ। ਹਾਂਜੀ ਮੈਮ, ਇਹਨੇ ਮਤਲਬ ਕਿ ਦੇਖੋ ਮਤਲਬ ਕਿ ਕੋਲਡ ਡਰਿੰਕ ਕਵਾਂਗੇ ਨਹੀਂ ਬੇਟਾ इसमें ਸ਼ੂਗਰ ਹੈ ਤੇ ਨਹੀਂ ਲੈਂਦਾ ਮੈਮ, ਇਹ ਵੀ ਪੀਂਦਾ, ਈਵਨ ਕਿ ਕੈਂਡੀਜ਼ ਵਗੈਰਾ ਵੀ ਨਹੀਂ ਖਾਂਦਾ। ਬਟ ਤੇਰਾ ਦਿਲ ਬਹੁਤ ਕਰਦਾ, ਕਈ ਵਾਰ ਪਾਪਾ ਨਾਲ ਸ਼ਾਪ ਤੇ ਚੱਲ ਜਾਂਦਾ, 5 ਰੁਪਏ ਦੇ ਜੈਮਸ ਵਾਸਤੇ ਵੀ ਵਿਚਾਰਾ ਪੁੱਛੇਗਾ, ਸਾਡੇ ਵੱਲ ਦੇਖੇਗਾ ਕਿ ਮੈਂ ਲੈ ਲਵਾਂ, ਤੇ ਕਈ ਵਾਰ ਮੈਮ ਬੜਾ ਮਨ ਖਰਾਬ ਹੁੰਦਾ ਕਿ ਕੀ ਪ੍ਰੋਬਲਮ, ਮਤਲਬ ਅਸੀਂ ਆਪਣੇ ਬੱਚੇ ਨੂੰ ਇੱਕ ਚਾਕਲੇਟ ਵੀ ਨਹੀਂ ਲੈ ਕੇ ਦੇ ਸਕਦੇ, ਕਿਉਂਕਿ ਮਤਲਬ ਉਹਨਾਂ ਨੇ ਡਾਕਟਰਸ ਨੇ ਤੇ ਨਹੀਂ ਚਲੋ ਸਾਨੂੰ ਕਿਹਾ ਕੁਝ, ਮਤਲਬ ਫਿਰ ਵੀ ਅਸੀਂ ਜੋ ਖੁਦ ਮਤਲਬ ਆਬਜ਼ਰਵੇਸ਼ਨ ਕੀਤੇ ਉਹਦੇ 'ਚੋਂ ਇਹ ਸਾਨੂੰ ਸਮਝ ਆਈ ਕਿ ਵੀ ਇਹ ਸ਼ੂਗਰ ਜਿਹੜੀ ਇਹਨੂੰ ਬਹੁਤ ਬੂਸਟ ਕਰਦੀ ਹੈ ਇਸ ਡਿਜ਼ੀਜ਼ ਨੂੰ। ਇਸ ਕਰਕੇ ਅਸੀਂ ਇਹਦੀ ਸ਼ੂਗਰ ਇਨਟੇਕ ਕਾਫੀ ਘੱਟ ਕੀਤੀ ਹੋਈ ਹੈ, ਮਤਲਬ ਕਿ ਇਹ ਬਹੁਤ ਇਹਨੂੰ ਸ਼ੂਗਰ ਪਸੰਦ ਸੀਗੀ, ਮਿੱਠਾ ਬਹੁਤ ਖਾਂਦਾ ਸੀਗਾ, ਤੇ ਇਹਨੂੰ ਮਤਲਬ ਹਰ ਇੱਕ ਚੀਜ਼ ਨੂੰ ਹੁਣ ਵੀ ਮੈਂ ਇਹਨੂੰ ਮਤਲਬ ਡੇਟ ਸਲਿਪ ਵਗੈਰਾ ਬਣਾ ਕੇ ਰੱਖਿਆ ਹੋਇਆ, ਕੋਈ ਵੀ ਚੀਜ਼ ਇਹਨੇ ਬਾਈ ਚਾਂਸ ਸ਼ੂਗਰ ਲੈਣੀ ਹੋਵੇ ਜਾਂ ਕੋਈ ਸ਼ੇਕ ਲੈਣਾ, ਉਹ 'ਚ ਡੇਟ ਸਲਿਪ ਪਰ ਪਾ ਕੇ ਦੇਈਦਾ। ਤੇ ਇਸ ਤਰੀਕੇ ਨਾਲ ਦੀ ਡਾਈਟ ਕੰਟਰੋਲ, ਮਤਲਬ ਜਿੰਨੀ ਵੀ ਮੇਰੀ ਕੋਸ਼ਿਸ਼ ਆ ਮੈਂ ਉਹਨਾਂ ਆਪਣੇ ਵੱਲੋਂ ਟਰਾਈ ਕਰਦੀ ਹਾਂ ਬੈਸਟ ਕਿ ਇਹਨੂੰ ਆਰਗੈਨਿਕ ਦੇਵਾਂ।
ਸੋ ਅਹਾਨ ਸਿੰਘ ਦੀ ਜਦੋਂ ਆਪਾਂ ਕਹਾਣੀ ਦੀ ਗੱਲ ਕਰਦੇ ਹਾਂ, ਇਸ ਸਾਰੀ ਸਪਿਰਿਟ ਦੇ ਵਿੱਚ ਇੱਕ ਨਾਮ ਜੁੜਿਆ ਹੌਕ ਰਾਈਡਰਸ ਗਰੁੱਪ ਦਾ। ਸਾਈਕਲ ਗਰੁੱਪ ਹੈ ਜਦੋਂ ਅਸੀਂ ਗੱਲ ਕਰਦੇ ਹਾਂ, ਪਰ ਆਪਣੇ ਪੱਧਰ ਤੇ ਜਿਹੜਾ ਯੋਗਦਾਨ ਹੈ ਇਹ ਪਾਉਣ ਦੀ ਵੱਡੀ ਕੋਸ਼ਿਸ਼ ਕਰ ਰਹੇ ਨੇ। ਅਹਾਨ ਦੇ ਲਈ ਫੰਡ ਰੇਜ਼ਿੰਗ ਦੇ ਲਈ ਇਹਨਾਂ ਨੇ ਪੂਰਾ ਆਪਣਾ ਦਾਰੋਮਦਾਰ ਲਗਾਇਆ ਹੋਇਆ ਤੇ ਹਾਂਜੀ ਪੰਜਾਬ ਚੈਨਲ ਦੇ ਮੰਚ ਤੋਂ ਟੀਮ ਵੀ ਕੋਸ਼ਿਸ਼ ਕਰੇਗੀ ਇਹਨਾਂ ਦੇ ਨਾਲ ਮਿਲ ਕੇ ਅਹਾਨ ਦੇ ਲਈ ਬਣਦੀ ਜ਼ਿੰਮੇਵਾਰੀ ਨਿਭਾਈ ਜਾਵੇ। ਵਿਸ਼ਾਲ ਅਵਸਥੀ ਮੈਂਬਰ ਨੇ ਹੌਕ ਰਾਈਡਰਸ ਗਰੁੱਪ ਦੇ, ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਿਸ਼ਾਲ ਜੀ, ਸਵਾਗਤ ਕਰਦੇ ਹਾਂ। ਸ਼ੁਕਰੀਆ ਮੈਮ। ਅਹਾਨ ਦੇ ਫਾਦਰ ਜਤਿੰਦਰ ਜੀ ਜਿਹੜੇ ਨੇ ਨਾ, ਉਹਨਾਂ ਦੇ ਇੱਕ ਬਹੁਤ ਕਲੋਜ਼ ਫਰੈਂਡ ਨੇ ਰਮਨਪ੍ਰੀਤ ਜੀ। ਉਹ ਸਾਡੇ ਨਾਲ ਸਾਈਕਲਿੰਗ ਕਰਦੇ ਨੇ ਰੋਜ਼ ਸਵੇਰੇ। ਤੇ ਸਾਡੇ ਹੌਕ ਰਾਈਡਰਸ ਜਲੰਧਰ ਗਰੁੱਪ ਦੇ ਮੈਂਟਰ ਨੇ ਰੋਹਿਤ ਸ਼ਰਮਾ ਜੀ। ਜਦੋਂ ਰਮਨਪ੍ਰੀਤ ਜੀ ਨੇ ਉਹਨਾਂ ਨੂੰ ਅਪਰੋਚ ਕੀਤਾ ਤੇ ਸਾਡੇ ਰੋਹਿਤ ਸ਼ਰਮਾ ਜੀ ਆਰਟ ਆਫ ਲਿਵਿੰਗ ਦੇ ਨਾਲ ਜੁੜੇ ਹੋਏ ਨੇ ਤੇ ਉਹ ਸੋਸਾਇਟੀ ਲਈ ਟਾਈਮ ਤੇ ਨਾ ਬਹੁਤ ਸਾਰੇ ਅੱਛੇ ਕੰਮ ਕਰਦੇ ਰਹਿੰਦੇ ਨੇ, ਜਿੱਦਾਂ ਵਿਮਨ ਐਮਪਾਵਰਮੈਂਟ ਹੋ ਗਈ, ਡਰੱਗਸ ਦੇ ਅਗੇਂਸਟ ਉੱਠਣਾ ਹੋ ਗਿਆ, ਟਰੀ ਪਲਾਂਟੇਸ਼ਨ ਹੋ ਗਈ, ਸ਼ਹਿਰ ਦੀ ਸਾਫ਼ ਸਫਾਈ ਹੈ। ਅਸੀਂ ਇੱਦਾਂ ਦੇ ਸਾਰੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਰਹੇ ਹਾਂ। ਸਾਡਾ ਕੰਮ ਸਿਰਫ ਸਾਈਕਲਿੰਗ ਕਰਨਾ ਨਹੀਂ ਹੈ। ਤੇ ਅਹਾਨ ਦਾ ਜਦੋਂ ਕੇਸ ਸਾਡੇ ਸਾਹਮਣੇ ਆਇਆ ਤੇ ਅਸੀਂ ਦੇਖਿਆ ਕਿ ਫੈਮਿਲੀ ਜਿਹੜੀ ਹੈ ਉਹ ਟ੍ਰੀਟਮੈਂਟ ਜਿਹੜਾ ਬੱਚੇ ਦਾ ਨਾ ਪੈਸੇ ਕਰਕੇ ਨਹੀਂ ਰਹਿਣਾ ਚਾਹੀਦਾ। ਤੇ ਰੋਹਿਤ ਜੀ ਨੇ ਇਹਨੂੰ ਆਪਣਾ ਇੱਕ ਇਸ਼ੂ ਬਣਾ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਘੱਟ ਤੋਂ ਘੱਟ 1 ਕਰੋੜ ਰੁਪਇਆ ਜਿਹੜਾ ਨਾ ਉਹ ਅਸੀਂ ਇਕੱਠਾ ਕਰਕੇ ਦੇਵਾਂਗੇ। ਉਹਦੇ ਲਈ ਅਸੀਂ ਬਹੁਤ ਸਾਰੇ ਐਫਰਟਸ ਕਰ ਰਹੇ ਹਾਂ। ਅਸੀਂ ਡਰਾਈਵਸ ਚਲਾ ਰਹੇ ਹਾਂ, ਰੈਲੀਜ਼ ਚਲਾ ਰਹੇ ਹਾਂ, ਜਿੱਥੇ ਮੌਤਬਰ ਬੰਦੇ ਉਹਨਾਂ ਨੂੰ ਅਸੀਂ ਮਿਲ ਸਕਦੇ ਉਹਨਾਂ ਨੂੰ ਮਿਲ ਰਹੇ ਹਾਂ। ਈਵਨ ਪੂਰੇ ਇੰਡੀਆ 'ਚ ਜਿੱਥੇ ਵੀ ਪੈਨ ਇੰਡੀਆ ਸਾਡੇ ਸਾਈਕਲਿਸਟ ਨੇ, ਸਾਈਕਲਿਸਟ ਗਰੁੱਪਸ ਨੇ, ਅਸੀਂ ਉਹਨਾਂ 'ਚ ਪਰਸਨਲ ਰਿਕੁਐਸਟ ਕੀਤੀ। ਦੇਖੋ, ਸਾਡਾ ਮੋਟੋ ਇਹ ਸੀਗਾ ਕਿ ਅਮਾਊਂਟ ਮੈਟਰ ਨਹੀਂ ਕਰਦਾ, ਬਟ ਕੰਟਰੀਬਿਊਸ਼ਨ ਮੈਟਰ ਕਰਦੀ ਹੈ। ਕਿ ਅਮਾਊਂਟ ਬੇਸ਼ੱਕ ਛੋਟਾ ਹੋਵੇ, ਬਟ ਜੇ ਸਿਰਫ 1 ਕਰੋੜ ਲੋਕ ਵੀ 2-2 ਰੁਪਏ ਵੀ ਕੰਟਰੀਬਿਊਟ ਕਰ ਦੇਣਗੇ ਨਾ, ਤਾਂ ਸਾਡੇ ਕੋਲ 2 ਕਰੋੜ ਰੁਪਏ ਇਕੱਠਾ ਹੋ ਜਾਏਗਾ, ਜਿਹੜੇ ਕਿ ਇਹਦੇ ਟ੍ਰੀਟਮੈਂਟ ਦੇ ਲਈ ਚਾਹੀਦਾ। ਬਟ ਸਾਨੂੰ ਥੋੜ੍ਹਾ ਜਿਹਾ ਇਹ ਲੱਗਾ ਕਿ 1 ਕਰੋੜ ਲੋਕਾਂ ਤੱਕ ਅਪਰੋਚ ਕਰਨਾ ਥੋੜ੍ਹਾ ਮੁਸ਼ਕਿਲ ਹੈ, ਤਾਂ ਕਰਕੇ ਅਸੀਂ ਇਸ ਫਿਗਰ ਨੂੰ ਥੋੜ੍ਹਾ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਜਦੋਂ ਫਿਗਰ ਆਊਟ ਕੀਤਾ, ਅਸੀਂ ਇਹ ਦੇਖਿਆ ਕਿ ਜੇ 500 ਰੁਪਏ ਕੰਟਰੀਬਿਊਟ ਕਰਦੇ ਹਾਂ ਨਾ, ਤਾਂ ਸਿਰਫ 40,000 ਲੋਕ ਸਾਨੂੰ ਚਾਹੀਦੇ ਨੇ। ਸਾਡੇ ਆਪਣੇ ਗਰੁੱਪ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ 10,000 ਪਲੱਸ ਜਿਹੜਾ ਕੰਟਰੀਬਿਊਟ ਕੀਤਾ। ਤੇ ਅਸੀਂ ਹੁਣ ਵੀ ਇਹੀ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ, ਹਾਂਜੀ ਪੰਜਾਬ ਚੈਨਲ ਦੇ ਥਰੂ ਵੀ ਸਾਡੀ ਇਹੀ ਬੇਨਤੀ ਹੈ ਕਿ ਅਮਾਊਂਟ ਮੈਟਰ ਨਹੀਂ ਕਰਦਾ। ਕਾਈਂਡਲੀ ਤੁਸੀਂ ਜਿੰਨਾ ਵੀ ਅਮਾਊਂਟ ਈਜ਼ੀਲੀ ਤੁਹਾਡੀ ਪਾਕਟ ਅਲਾਉ ਕਰਦੀ ਹੈ ਉਹ ਤੁਸੀਂ ਡੋਨੇਟ ਕਰੋ, ਪਲੱਸ ਅੱਗੇ ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਇਹ ਰਿਕੁਐਸਟ ਕਰੋ ਕਿ ਜਿੰਨਾ ਉਹ ਈਜ਼ੀਲੀ ਅਫੋਰਡ ਕਰ ਸਕਦੇ ਨੇ ਉਹਨਾਂ ਉਹ ਡੋਨੇਟ ਕਰ ਦੇਣ। ਅਸੀਂ ਜ਼ਿਆਦਾ ਅਮਾਊਂਟ ਦੀ ਗੱਲ ਹੀ ਨਹੀਂ ਕਰਦੇ, ਸਾਨੂੰ ਨੰਬਰ ਜ਼ਿਆਦਾ ਚਾਹੀਦਾ, ਅਮਾਊਂਟ ਜ਼ਿਆਦਾ ਨਹੀਂ ਚਾਹੀਦਾ। ਇੱਕ ਬੱਚਾ ਇਹ ਠੀਕ ਹੋ ਜਾਏਗਾ ਤੇ ਅਸੀਂ ਪੂਰੇ ਕੌਨਫੀਡੈਂਟ ਹਾਂ ਕਿ ਉਹ ਬੱਚਾ ਇੰਨਾ ਬਰੇਵ ਹੈ ਕਿ ਉਹ ਸੋਸਾਇਟੀ ਨੂੰ ਜ਼ਰੂਰ ਪੇ ਬੈਕ ਕਰੇਗਾ। ਸ਼ੁਕਰੀਆ ਬਹੁਤ ਬਹੁਤ। ਸੋ ਬਹੁਤ ਇੱਕ ਡੂੰਘੀ ਗੱਲ ਕੀਤੀ ਹੈ ਵਿਸ਼ਾਲ ਅਵਸਥੀ ਜੀ ਨੇ ਕਿ ਜਦੋਂ ਅਸੀਂ ਅਮਾਊਂਟ ਇੱਥੇ ਇੰਪੋਰਟੈਂਟ ਨਹੀਂ ਹੈ, ਇੰਪੋਰਟੈਂਟ ਇਹ ਹੈ ਕਿ ਕਿੰਨੇ ਲੋਕ ਮਿਲ ਕੇ ਇੱਥੇ ਇਸ ਸਮੇਂ ਹਿੱਸੇਦਾਰੀ ਆਪਣੀ ਪਾਉਣਗੇ। ਕਿਉਂਕਿ ਅਹਾਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਸ ਮੁਲਕ ਦੇ ਲਈ ਇੱਕ ਆਉਣ ਵਾਲਾ ਇੱਕ ਹੀਰਾ ਵੀ ਸਾਬਤ ਹੋ ਸਕਦਾ, ਕਿਉਂਕਿ ਜੋ ਫਾਈਟਿੰਗ ਸਪਿਰਿਟ ਅਸੀਂ ਇਸ 6 ਸਾਲ ਦੇ ਬੱਚੇ ਦੇ ਵਿੱਚ ਦੇਖੀ, ਉਹ ਦੇਖਿਆ ਬਣਦੀ ਹੈ। ਸੋ ਰਹਿੰਦੇ ਜਿੰਨੇ ਵੀ ਫੰਡਸ ਨੇ 60 ਤੋਂ 70 ਲੱਖ ਰੁਪਏ ਦੇ ਫੰਡਸ ਅਜੇ ਜਨਰੇਟ ਹੋਏ ਨੇ, ਅਜੇ ਕਾਫੀ ਫੰਡ ਜਿਹੜੇ ਨੇ ਉਹ ਪੈਂਡਿੰਗ ਨੇ ਤੇ ਸਮਾਂ ਪਰਿਵਾਰ ਦੇ ਕੋਲ ਸਿਰਫ 10 ਤੋਂ 15 ਦਿਨ ਦਾ ਹੈ। ਸੋ ਸਾਡੀ ਅਪੀਲ ਹੈ ਇਸ ਮੰਚ ਤੋਂ ਕਿ ਆਓ ਸਾਰੇ ਜਾਣੇ ਆਪਾਂ ਮਿਲ ਕੇ ਅਹਾਨ ਦੀ ਮਦਦ ਕਰੀਏ, ਜਿੰਨਾ ਅਸੀਂ ਹੱਥ ਵਧਾ ਸਕਦੇ ਹਾਂ ਉਹਨਾਂ ਵਧਾਈਏ। ਔਰ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਇਸ ਫੰਡਸ ਨੂੰ ਪੂਰੇ ਤਰੀਕੇ ਦੇ ਨਾਲ, ਪਾਰਦਰਸ਼ੀ ਤਰੀਕੇ ਦੇ ਨਾਲ ਰੱਖਿਆ ਗਿਆ, ਟਰਾਂਸਪੇਰੈਂਟ ਰੱਖਿਆ ਗਿਆ, ਪੂਰੀ ਇਹਦੇ ਬਾਰੇ ਪੇਪਰ ਵਰਕ ਕੀਤਾ ਜਾਂਦਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਜਿਹੜੀ ਅਮਾਊਂਟ ਹੈ ਫਰਾਡ ਤਰੀਕੇ ਨਾਲ ਲਈ ਗਈ ਹੈ। ਬਿਲਕੁਲ ਸਹੀ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਜਿੱਥੇ ਲੱਗਣੀ ਚਾਹੀਦੀ ਹੈ, ਪੂਰੀਆਂ ਡਿਟੇਲਸ ਨੇ ਅਕਾਊਂਟਸ ਦੀਆਂ। ਸੋ ਤੁਸੀਂ ਹਾਂਜੀ ਪੰਜਾਬ ਚੈਨਲ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅਸੀਂ ਕੁਝ ਨੰਬਰ ਵੀ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਦੇਣ ਜਾ ਰਹੇ ਹਾਂ, ਜਿਨ੍ਹਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਸਿੱਧਾ ਸਾਧ ਸਕਦੇ ਹੋ ਔਰ ਜਿਹੜੇ ਅਹਾਨ ਦੇ ਮਾਤਾ ਪਿਤਾ ਨੇ, ਹੌਕ ਰਾਈਡਰਸ ਟੀਮ ਹੈ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਣਾ ਬਣਦਾ ਹਿੱਸਾ ਇਹਨਾਂ ਤੱਕ ਪਹੁੰਚਾ ਸਕਦੇ ਤੇ ਹੋ। ਮੈਂ ਹਾਂਜੀ ਪੰਜਾਬ ਚੈਨਲ ਨੂੰ ਅਪੀਲ ਕੀਤੀ ਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਆਮ ਲੋਕਾਂ ਤੱਕ ਤੇ ਪ੍ਰਸ਼ਾਸਨ ਦਾ ਜਿੱਥੇ ਤੱਕ ਜੋ ਵੀ ਸਾਡੀ ਹੈਲਪ ਕਰ ਸਕਦਾ ਉਹ ਅੱਗੇ ਆਉਣ, ਤਾਂ ਜੋ ਕਿ ਅਸੀਂ ਆਪਣੇ ਬੱਚੇ ਦੀ ਦਵਾਈ ਵਾਸਤੇ ਪੈਸੇ ਇਕੱਠੇ ਕਰ ਸਕੀਏ ਤੇ ਟਾਈਮ 'ਤੇ ਉਹਦਾ ਇਲਾਜ ਕਰਾ ਸਕੀਏ।